सारी संगत एक बार फिर जिन्ने भी आए आप आए हैं, थोड़े हैं चाहे बहुते हैं, फतेह बुलाओ जी। वाहिगुरू जी का खालसा वाहिगुरू जी की फतेह। ਹੁਣ ਬੱਚਿਆਂ ਨੇ ਬਹੁਤ ਪਿਆਰ ਨਾਲ ਬਹੁਤ ਰਸ ਨਾਲ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਹੁਣ ਇਸ ਤੋਂ ਬਾਅਦ ਮੈਂ ਬੇਨਤੀ ਕਰਨਾ ਬੱਚਿਆਂ ਨੂੰ ਕਿ ਹੁਣ ਇਹ ਕੀਰਤਨ ਕਰਨ ਤੇ ਖੁੱਲਾ ਕੀਰਤਨ ਕਰ ਸਕਦੇ ਹਨ, ਕਿਉਂਕਿ ਆਪਣੇ ਕੋਲ ਬਹੁਤ ਸਮਾਂ ਹੈ ਤੇ ਸੰਗਤ ਵੀ ਸਵਾਈ ਹੈ, ਬਹੁਤ ਸਵਾਈ ਹੈ ਤੇ ਖੁੱਲਾ ਸਮਾਂ ਹੈ ਤੇ ਤੁਸੀਂ ਕੀਰਤਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇ ਕਥਾ ਕਰਦੇ ਕਰਦੇ ਇੱਕ ਬੀਬੀ ਕਥਾ ਦੇ ਵਿੱਚ ਉਹ ਉੱਠ ਕੇ ਰੌਲਾ ਪਾਉਣ ਲੱਗ ਗਈ ਤੇ ਉਹ ਬੀਬੀ ਨੇ ਸਾਰਾ ਰਸ ਭੰਗ ਕਰਤਾ। ਤੇ ਸੰਤ ਜੀ ਨੇ ਕਿਹਾ ਬੀਬੀ ਨੂੰ ਬੁਲਾਇਆ, ਕਹਿੰਦਾ ਬੀਬੀ ਤੂੰ ਇੱਥੇ ਆ, ਸਾਡੇ ਕੋਲ ਇੱਥੇ ਆ। ਕਹਿੰਦਾ ਦੱਸ ਬੀਬੀ ਤੈਨੂੰ ਕੀ ਹੋਇਆ ਕਿ ਤੂੰ ਸਾਰਾ ਰੰਗ 'ਚ ਭੰਗ ਪਾਤੀ, ਵੇਖੋ ਕਿ ਕਿੰਨੀ ਵਧੀਆ ਕਥਾ ਚੱਲਦੀ ਸੀ ਤੇ ਸਾਰੇ ਇਹਨਾਂ ਆਨੰਦ ਮਾਣਦੇ ਸਨ ਤੇ ਤੂੰ ਇੱਥੇ ਕਿਉਂ ਰੰਗ 'ਚ ਭੰਗ ਪਾਈ। ਤੇ ਉਹ ਬੀਬੀ ਦੇ ਅੰਦਰੋਂ ਬੰਦੇ ਦੀ ਆਵਾਜ਼ ਆਉਂਦੀ ਸੀ, ਹੈ ਬੀਬੀ ਸੀ ਪਰ ਉਹਦੇ ਅੰਦਰ ਆਵਾਜ਼ ਬੰਦੇ ਦੀ ਆਉਂਦੀ ਸੀ। ਉਹ ਅੱਗੋਂ ਫਾਰਸੀ ਬੋਲੇ ਉਹ ਬੀਬੀ। ਤੇ ਸੰਤਾਂ ਨੇ ਕਿਹਾ, ਕਹਿੰਦੇ ਤੂੰ ਬੀਬੀ ਪਖੰਡ ਨਾ ਕਰ, ਤੂੰ ਕੋਈ ਪਖੰਡ ਕਰਦੀ ਹੈ, ਤੈਨੂੰ ਕੁਛ ਵੀ ਨਹੀਂ ਹੋਇਆ, ਤੂੰ ਕੀ ਕਰਦੀ ਹੈ। ਉਹ ਬੀਬੀ ਕਹਿੰਦੀ ਉਹਦੇ 'ਚ ਜਿਹੜੀ ਆਵਾਜ਼ ਆਉਂਦੀ ਸੀ ਉਹ ਕਹਿੰਦੇ ਨਹੀਂ ਮੈਂ ਸੱਚ ਬੋਲਦੀ ਹਾਂ, ਮੈਂ ਜੋ ਬੋਲ ਰਹੀ ਹਾਂ ਇੱਦਾਂ। ਅੱਛਾ, ਸੰਤ ਬਾਬਾ ਮਸਕੀਨ ਸਿੰਘ ਜੀ ਨੂੰ ਉਹਨਾਂ ਨੂੰ ਜਿੱਥੇ 5 ਬਾਣੀਆਂ ਆਪਾਂ ਸਾਰੇ ਪੜ੍ਹਨੇ ਆ, ਉਹਨਾਂ ਨੂੰ ਜਿੱਥੇ ਆਪਣੀ 5 ਬਾਣੀਆਂ ਖੰਡ ਸਨ, ਉਹਨਾਂ ਨੂੰ 5 ਨਵਾਜ਼ਾਂ ਵੀ ਕੰਠ ਸਨ। ਉਹ ਕਹਿੰਦੇ ਉਹ ਮੁਸਲਮਾਨ ਬੋਲਦਾ ਸੀ ਬੀਬੀ ਦੇ ਅੰਦਰ। ਉਹ ਕਹਿੰਦੇ ਚੱਲ ਠੀਕ ਹੈ, ਜੇ ਤੂੰ ਮੁਸਲਮਾਨ ਹੈ ਤਾਂ ਜੇ ਤੂੰ ਪੱਕਾ ਮੁਸਲਮਾਨ ਹੈ ਤੂੰ ਇੱਦਾਂ ਕਰ, ਤੂੰ 5 ਨਵਾਜ਼ਾਂ ਪੜ੍ਹ ਕੇ ਸੁਣਾ ਸਾਨੂੰ। ਉਹ ਬੀਬੀ ਦੇ ਅੰਦਰ ਜਿਹੜਾ ਬੰਦਾ ਬੋਲਦਾ ਸੀ ਉਹਨੇ 5 ਨਵਾਜ਼ਾਂ ਪੜ੍ਹ ਕੇ ਸੁਣਾਤੀਆਂ ਸੰਤਾਂ ਨੂੰ। ਤੇ ਫਿਰ ਸੰਤਾਂ ਨੇ ਕਿਹਾ, ਫਿਰ ਸੰਤ ਮੰਨ ਗਏ। ਉਹ ਕਹਿੰਦੇ ਹਾਂ ਕਿ ਠੀਕ ਹੈ, ਗੱਲ ਤੇਰੀ ਸਹੀ ਹੈ ਕਿ ਤੂੰ ਜੋ ਹੈ ਜੋ ਦਿਖਦਾ ਤੂੰ ਉਹ ਨਹੀਂ ਹੈ, ਤੇਰੇ ਅੰਦਰ ਹੋਰ ਕੋਈ ਰੂਹ ਹੈ ਕਿ ਅੱਛਾ ਤੂੰ ਤੇ 5 ਨਵਾਜ਼ਾਂ ਪੜ੍ਹਨ ਵਾਲਾ ਤੇ ਫਿਰ ਤੂੰ ਕਿਵੇਂ, ਤੇਰੀ ਮੁਕਤੀ ਕਿਉਂ ਨਹੀਂ ਹੋਈ, ਤੂੰ ਫੇਰ ਭਟਕੀ ਜਾਂਦਾ ਕਿ ਤੂੰ ਇੱਥੇ ਕੀ ਕਰਦਾ। ਫਿਰ ਉਹਨੇ ਅੱਗੋਂ ਉੱਤਰ ਦਿੱਤਾ, ਵੇਖੋ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਉਹਨੇ ਅੱਗੋਂ ਜਵਾਬ ਦਿੱਤਾ ਮੈਂ ਇੱਥੇ ਕਿਉਂ ਆ। ਉਹ ਕਹਿੰਦਾ ਉਹ ਬੀਬੀ ਦੇ ਅੰਦਰ ਉਹ ਬੰਦਾ ਇੱਦਾਂ ਬੋਲਦਾ, ਕਹਿੰਦਾ ਮੇਰੇ ਵਰਗੀਆਂ, ਕਹਿੰਦਾ ਕਈ ਰੂਹਾਂ ਕਹਿੰਦਾ ਜਿਹੜੀਆਂ ਰੋਜ਼ ਇੱਥੇ ਆਉਂਦੀਆਂ ਨੇ, ਸਤਸੰਗ ਵਿੱਚ ਰੋਜ਼ ਆਉਂਦੀਆਂ ਨੇ। ਉਹ ਕਹਿੰਦੇ ਉਹਨਾਂ ਨੇ ਪੁੱਛਿਆ, ਕਹਿੰਦੇ ਕਿ ਫਿਰ ਤੁਸੀਂ ਇੱਥੇ ਕਿਉਂ, ਤੁਹਾਨੂੰ ਮੁਕਤੀ ਕਿਉਂ ਨਹੀਂ ਹੋਈ। ਉਹ ਕਹਿੰਦੇ ਸਾਡੀ ਮੁਕਤੀ ਤਾਂ ਨਹੀਂ ਹੋਈ, ਕਹਿੰਦੇ ਸਾਨੂੰ ਪਵਿੱਤਰ ਕੁੱਖ ਨਹੀਂ ਮਿਲਦੀ ਜਨਮ ਲੈਣ ਲਈ। ਉਹ ਕਹਿੰਦੇ ਅਸੀਂ ਪਵਿੱਤਰ ਰੂਹਾਂ ਅਸੀਂ ਨਾਮ ਜਪਿਆ ਸੀ ਪਰ ਕਿਸੇ ਕਾਰਨ ਸਾਡਾ ਉਹ ਸਿਰੇ ਨਹੀਂ ਚੜਿਆ ਤੇ ਇਸ ਕਰਕੇ ਅਸੀਂ ਭਟਕ ਗਏ। ਪਰ ਹੁਣ ਸਾਨੂੰ ਪਵਿੱਤਰ ਮਾਂ ਨਹੀਂ ਮਿਲਦੀ ਸਾਨੂੰ ਜਨਮ ਲੈਣ ਲਈ। ਸੋ ਇਹ ਆਪਣੇ ਲਈ ਸੇਧ ਆ। ਵੇਖੋ ਇੱਥੇ ਵੀ ਮਹਾਂਪੁਰਸ਼ ਵੀ ਕਹਿੰਦੇ ਹੁੰਦੇ ਸਨ ਕਿ ਜਦੋਂ ਵੀ ਕਥਾ ਕੀਰਤਨ 'ਚ ਆਪਾਂ ਬਹਿੰਦੇ ਹੁੰਦੇ ਆ, ਜਦੋਂ ਵੀ ਦਰਬਾਰ ਸਾਹਿਬ ਵਿੱਚ ਪਤਾ ਨਹੀਂ ਕਿੰਨੀ ਕੁ ਰੂਹਾਂ ਕੇ ਅੰਦਰ ਬਹਿ ਜਾਂਦੀਆਂ ਹੁੰਦੀਆਂ। ਸੋ ਭਾਈ ਬੇਨਤੀ ਹੈ ਸਾਰੇ ਮਨ ਇਕਾਗਰ ਕਰਕੇ ਆਪਾਂ ਕੀਰਤਨ 'ਚ ਬੈਠਿਆ ਕਰੀਏ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ। ਤੇ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸਰਜੀਤ ਸਿੰਘ ਜੀ ਨੂੰ ਕਿ ਉਹ ਆ ਕੇ ਵਿਸਾਖੀ ਬਾਰੇ ਕੁਝ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਅਤੇ ਆਪਾਂ ਨੂੰ ਪਤਾ ਹੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਲਈ ਕੀ ਕੀਤਾ, ਸਾਡੇ ਲਈ ਆਪਣਾ ਸਰਬੰਸ ਹੀ ਵਾਰਤਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ, ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਗਏ। ਜਿਹਨੂੰ ਆਪਾਂ ਜਿਸ ਅੰਮ੍ਰਿਤ ਨੂੰ ਅੱਜ ਆਪਾਂ ਕਹਿੰਦੇ ਆ ਕਿ ਕੀ ਲੋੜ ਹੈ ਅੰਮ੍ਰਿਤ ਦੀ, ਅੰਮ੍ਰਿਤ ਦੂਰ ਭੱਜਦੇ ਆ, ਉਹ ਸਿਧਾਂਤ ਆਪਾਂ ਨੂੰ ਜੋ ਦੇ ਕੇ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖਾਲਸਾ ਪੰਥ ਸਾਜਿਆ 13 ਅਪ੍ਰੈਲ 1699 ਵਿੱਚ। ਉਹਦੇ ਬਾਰੇ ਆਪ ਜੀ ਨੂੰ ਡਾਕਟਰ ਸਾਹਿਬ ਹੋਰ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੈਂ ਤੁਹਾਡਾ ਸਾਧ ਸੰਗਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਆਮ ਤੌਰ 'ਤੇ ਮੈਨੂੰ ਬਹੁਤ ਛੋਟਾ ਜਿਹਾ ਟਾਈਮ ਮਿਲਦਾ ਹੁੰਦਾ ਹੈਗਾ ਤੇ ਅੱਜ ਸਰਦਾਰ ਅਮਰ ਸਿੰਘ ਨੇ ਮੈਨੂੰ ਕਿਹਾ ਹੈਗਾ ਵੀ ਤੁਸੀਂ ਥੋੜ੍ਹਾ ਚਿਰ ਡਿਟੇਲ ਦੇ ਵਿੱਚ ਦੱਸ ਦਿਓ। ਤੇ ਇਸ ਤੋਂ ਪਹਿਲਾਂ ਮੈਂ ਬੱਚਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ, ਕਿੰਨੀ ਮਧੁਰ ਆਵਾਜ਼ ਦੇ ਵਿੱਚ ਉਹਨਾਂ ਨੇ ਨਾ ਕੀਰਤਨ ਕੀਤਾ ਹੈਗਾ। ਵੈਸੇ ਮੈਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਧੰਨਵਾਦ ਕਰਦਾ ਹੈਗਾ, ਬਾਬਾ ਜੀ हे ਪਰਮਾਤਮਾ ਜੀ ਇਹਨਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ, ਇਹ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਲੰਬੀ ਉਮਰ ਹੋਵੇ ਅਤੇ ਇਹ ਕਿਉਂਕਿ ਇਹ ਸਿੱਖ ਪੰਥ ਦੇ ਬਲੈਕ ਕੈਰੀਅਰ ਹਨ, ਇਸ ਵਾਸਤੇ ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖਣਾ। ਮੈਨੂੰ ਇੱਕ ਚੇਤੇ ਆਉਂਦਾ ਹੈਗਾ, ਵੈਸੇ ਉਹ ਲੜਕੀ ਸਾਡੇ ਵਿੱਚ ਵੀ ਬੈਠੀ ਹੈਗੀ ਆ, ਉਸ ਦਾ ਨਾਮ ਹੈਗਾ ਚੇਤਾ ਭੁੱਲ ਜਾਂਦਾ ਹੈਗਾ ਨਾਮ ਦਾ, ਹਰਮੀਤ ਕੌਰ। ਵੈਸੇ ਨਾ ਸ਼ੀ ਵਾਜ਼ ਦੀ ਬੈਸਟ ਸਟੂਡੈਂਟ ਆਫ ਮਾਈ ਕਲਾਸ। ਜਦੋਂ ਸਿੱਖ ਸਟੱਡੀ ਪੜ੍ਹਦੇ ਹੁੰਦੇ ਸੀਗੇ ਨਾ ਤੇ ਮੈਂ ਜਦੋਂ ਮੈਂ ਦੇਖਦਾ ਨਾ ਮੇਰੇ ਰੂਹ ਖੁਸ਼ ਹੋ ਜਾਂਦੀ ਹੈਗੀ ਆ, ਕਿਉਂਕਿ ਇਹ ਵੈਸੇ ਨਾ ਇੰਨੇ ਪੱਕੀ ਹੈਗੀ ਆ ਤੇ ਨਾਟ ਓਨਲੀ ਹਰਸੈਲਫ, ਪਰ ਇਸਨੇ ਆਪਣੇ ਮਾਤਾ ਪਿਤਾ ਨੂੰ ਵੀ ਭਰਾਵਾਂ ਨੂੰ ਵੀ ਕਿਹਾ ਹੈਗਾ ਵੀ ਤੁਸੀਂ ਸੰਗਤ ਦੇ ਵਿੱਚ ਜਾਇਆ ਕਰੋ। ਤੇ ਇਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਚੜ੍ਹਦੀ ਕਲਾ ਹੋਵੇ। ਤੇ ਅੱਜ ਜਿਸ ਤਰ੍ਹਾਂ ਅਮਰ ਸਿੰਘ ਨੇ ਕਿਹਾ ਹੈਗਾ, ਮੈਂ ਵੈਸੇ ਥੋੜ੍ਹਾ ਜਿਹਾ ਦੱਸਣਾ ਹੈਗਾ ਕਿ
ਦੋ ਗੱਲਾਂ ਹੈਗੀਆਂ। ਤੁਸੀਂ ਇੱਕ ਤਾਂ ਹੈਗਾ ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਦੇ ਨਾਲ ਲਾਇਆ ਸੀਗਾ, ਤੇ ਉਸ ਵੇਲੇ ਉਹਨਾਂ ਦਾ ਜੋ ਪਾਸ ਹੋਇਆ ਸੀਗਾ, ਜਿਹੜਾ ਉਹਨਾਂ ਦਾ ਸਿੱਖ ਪਾਸ ਹੋਇਆ ਸੀਗਾ, ਉਹ ਵੀ ਇੱਕ ਸੀਗਾ। ਤੇ ਮੈਂ ਅੱਜ ਤੁਹਾਨੂੰ ਦੱਸਣਾ ਹੈਗਾ ਵੀ ਮਹਾਰਾਜ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਕਿਉਂ ਚੁਣੇ ਸੀਗੇ। ਉਹ ਥੋੜ੍ਹੇ ਵੀ ਚੁਣ ਸਕਦੇ, ਇੱਕ ਵੀ ਚੁਣ ਸਕਦੇ ਸੀਗੇ, 7 ਵੀ ਚੁਣ ਸਕਦੇ ਸੀ, ਹੋਰ ਜਿੰਨੇ ਵੀ ਚੁਣ ਸਕਦੇ ਸੀਗੇ, ਪਰ ਉਹਨਾਂ ਨੇ 5 ਪਿਆਰੇ ਕਿਉਂ ਚੁਣੇ ਹੈਗੇ ਆ। ਮੈਂ ਤੁਹਾਨੂੰ 5 ਦੀ ਇੰਪੋਰਟੈਂਸ ਦੱਸਣ ਲੱਗਾ ਹੈਗਾ ਅੱਜ ਤੇ ਇਸ ਤੋਂ ਪਹਿਲਾਂ ਵੈਸੇ ਪਿਛਲੇ ਮੈਨੂੰ ਸੰਡੇ ਦੀ ਗੱਲ ਚੇਤੇ ਆਉਂਦੀ ਹੈਗੀ ਹੈ ਕਿ ਇੱਕ ਛੋਟਾ ਜਿਹਾ ਬੱਚਾ, ਆਈ ਥਿੰਕ ਹੀ ਵਾਸ ਓਨਲੀ ਅਬਾਊਟ 5 or 6 ਈਅਰ ਓਲਡ ਹੈ ਨਾ, ਤੇ ਉਸਨੇ ਨਾ ਬਹੁਤ ਸੋਹਣਾ ਕੁਐਸਚਨ ਪੁੱਛਿਆ ਸੀਗਾ, ਕਹਿੰਦਾ ਕਿ ਖਾਲਸਾ ਕੀ ਹੁੰਦਾ ਹੈਗਾ, ਹੈ ਨਾ। ਆਈ ਥਿੰਕ ਦਿਸ ਇਜ਼ ਮੋਸਟ ਇੰਪੋਰਟੈਂਟ ਕੁਐਸਚਨ ਕਿ ਖਾਲਸਾ ਕੀ ਹੈਗਾ। ਤੇ ਵੈਸੇ ਤੁਹਾਨੂੰ ਪਤਾ ਹੈਗਾ ਵੀ ਜਿਸ ਤਰ੍ਹਾਂ ਅਸੀਂ ਕਹਿੰਦੇ ਹੈਗੇ ਨਾ ਵੀ ਖਾਲਸਾ ਜਿਹੜਾ ਹੈਗਾ ਨਾ, ਉਹ a pure person, if you are a pure person, God is living within you, then you are Khalsa. If your qualities and your habits are not like God, ਫਿਰ ਭਾਵੇਂ ਤੁਸੀਂ ਇੱਥੇ ਮੈਨੂੰ ਮਾਫ ਕਰਨਾ ਹੈਗਾ, ਫਿਰ ਭਾਵੇਂ ਤੁਸੀਂ ਹਾਲੇ ਅੰਮ੍ਰਿਤ ਛਕ ਲਿਆ ਹੈਗਾ, ਤੁਸੀਂ ਸਕੂਲ ਦੇ ਵਿੱਚ ਦਾਖਲ ਹੋ ਗਏ ਹੈਗੇ ਆ, ਪਰ ਤੁਸੀਂ ਹਾਲੇ ਖਾਲਸਾ ਨਹੀਂ ਬਣੇ ਹੈਗੇ। ਖਾਲਸਾ ਉਸ ਲਈ ਬਣਦਾ ਆ ਜਿਸ ਵੇਲੇ ਸਾਡਾ ਸੁਭਾਅ, ਜਿਹੜੇ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦੇ ਨਾਲ ਪਰਮਾਤਮਾ ਦੇ ਗੁਣ ਸਾਡੇ ਵਿੱਚ ਆ ਜਾਂਦੇ ਹੈਗੇ ਆ, ਉਸ ਵੇਲੇ ਅਸੀਂ ਖਾਲਸਾ ਬਣ ਸਕਦੇ ਹੈਗੇ ਆ। ਜਿਸ ਤਰ੍ਹਾਂ ਮਹਾਰਾਜ ਪਹਿਲੀ ਪਾਤਸ਼ਾਹ ਨੇ ਪੂਰਨ ਜੋਤ ਕਹਿ ਘਟ ਮੈਂ ਤਬ ਖਾਲਸਾ ਨਾਏ ਨਿਖਾਲਸ ਜਾਣਾ, ਦੈਟ ਮੀਨ ਏ ਪਰਸਨ ਸ਼ੁੱਡ ਬੀ ਪਿਓਰ। ਜਾਨੀ ਹੁਣ ਜਿੱਦਾਂ ਅੱਜ ਕੱਲ੍ਹ ਮੈਂ ਉਹਦਾ ਮਾਫ ਕਰਨਾ, ਭਾਵੇਂ ਮੈਂ ਅੰਮ੍ਰਿਤ ਛਕਿਆ ਹੈਗਾ, ਵੈਸੇ ਮੈਂ ਆਪਣੀ ਗੱਲ ਕਰਦਾ ਵਾਂ, ਬਾਕੀ ਨਹੀਂ ਕਹਿੰਦਾ, ਇਸ ਤਰ੍ਹਾਂ ਬਾਕੀ ਹੋਰ ਕਈ ਦੀ ਐਗਜ਼ਾਮਪਲ ਦੇ ਸਕਦਾ। ਹੁਣ ਮੈਂ ਵੈਸੇ ਕਈਆਂ ਦੇ ਨਾਲ ਨਹੀਂ ਬੋਲਦਾ ਹੈਗਾ, ਹੈ ਨਾ, ਭਾਵੇਂ ਮੈਂ ਅੰਮ੍ਰਿਤ ਛਕਿਆ ਪਰ ਮੈਂ ਖਾਲਸਾ ਤਾਂ ਨਹੀਂ ਹੈਗਾ, ਕਿਉਂਕਿ ਮੇਰੇ ਦਿਲ ਵਿੱਚ ਕਈਆਂ ਦੇ ਨਾਲ ਈਰਖਾ ਹੈਗੀ ਆ, ਚਾਹੀਦੀ ਨਹੀਂ ਹੈਗੀ, ਪਰ ਮੈਂ ਤੁਹਾਡੇ ਸਾਹਮਣੇ ਐਡਮਿਟ ਕਰਦਾ ਹੈਗਾ ਵੀ ਇਹ ਪਤਾ ਨਹੀਂ ਕਾਹਤੇ ਸਵਾਲ ਇੱਦਾਂ ਦਾ ਹੈਗਾ, ਪਿਓਰ ਹੋਣਾ ਚਾਹੀਦਾ ਹੈਗਾ। ਐਟ ਦੀ ਮੋਮੈਂਟ ਇਟਸ ਨਾਟ ਪਿਓਰ, ਇਸ ਵਾਸਤੇ ਮੈਂ ਖਾਲਸਾ ਨਹੀਂ ਹੈਗਾ। ਤੇ ਖਾਲਸਾ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਸੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਸੇ ਹੂੰ ਮੈਂ ਰਵਾਂ ਨਿਵਾਸ। ਤੇ ਉਹ ਵੀ ਖਾਲਸਾ ਹੋਣਾ ਚਾਹੀਦਾ ਹੈਗਾ। ਫਿਰ ਜਿਸ ਤਰ੍ਹਾਂ ਕੇਸ ਪੂਰੇ ਰੱਖਣੇ ਚਾਹੀਦੇ ਹੈਗੇ ਆ, ਤੇਰੇ ਬਾਂਕੇ ਲੋਇਣ ਦੰਤ ਰੰਗੀਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਜਾਣੀ ਨਾ ਤੇਰੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ 5, 6, 7 ਪੇਜ ਦੇ ਉੱਤੇ ਨਾ ਇਹ ਸ਼ਬਦ ਕਹਿੰਦੇ ਹੈਗੇ ਆ ਗੁਰੂ ਨਾਨਕ ਦੇਵ ਜੀ। ਉਹ ਕਹਿੰਦੇ ਹੈਗੇ ਆ ਤੇਰੇ ਬਾਂਕੇ ਲੋਇਣ, ਤੇਰੇ ਲੋਇਣ ਹੁੰਦੇ ਹੈਗੇ ਆ ਅੱਖਾਂ, ਤੇਰੇ ਪਰਮਾਤਮਾ ਨੂੰ ਦੇਖ ਕੇ ਕਹਿੰਦੇ ਹੈਗੇ, ਜਿਸ ਲਈ ਗਏ ਸੀਗੇ ਉੱਥੇ ਆਪਣੇ ਉਹਨਾਂ ਦੇ ਦਰਬਾਰ ਵਿੱਚ ਗਏ ਸੀਗੇ, ਉਸ ਲਈ ਕਹਿੰਦੇ ਸੀਗੇ ਤੇਰੇ ਬਾਂਕੇ ਲੋਇਣ ਦੰਤ ਰਿਸਾਲਾ, ਹਾਂਜੀ, ਤੇ ਤੇਰੇ ਜਿਹੜੇ ਦੰਦ ਹੈਗੇ ਵੀ ਬਹੁਤ ਸੋਹਣੇ ਹੈਗੇ ਆ, ਤੇ ਸੋਹਣੇ ਨੱਕ, ਤੇਰਾ ਨੱਕ ਵੀ ਬਹੁਤ ਸੋਹਣਾ ਹੈਗਾ, ਜਿਹਨੇ ਲੰਬੜੇ ਬਾਲ ਆ, ਤੇ ਤੇਰੇ ਬਾਲ ਵੀ ਬਹੁਤ ਸੋਹਣੇ ਸੋਹਣੇ ਹੈਗੇ। ਇਸ ਵਾਸਤੇ ਜੇ ਕੁਆਲਿਟੀ ਜਿਹੜਾ ਸਿੱਖ ਹੈਗਾ, ਜਿਸ ਤਰ੍ਹਾਂ ਅਮਰ ਸਿੰਘ ਜੀ ਕਹਿ ਕੇ ਗਏ ਸੀਗੇ ਕਿ ਇੱਕ ਸਿੱਖ ਹੀ ਮੋਸਟ ਅਪ ਟੂ ਡੇਟ ਪਰਸਨ ਹੈਗਾ ਜਿਹਦੀ ਕੋਈ ਕੁਆਲਿਟੀ ਜਿਹੜੀ ਉਹ ਪਰਮਾਤਮਾ ਵਾਲੀਆਂ ਹੋ ਸਕਦੀਆਂ ਹੈਗੀਆਂ, ਤਾਂ ਉਹਦੇ ਲੰਮੇ ਬਾਲ ਵੀ ਹੋਣੇ ਜ਼ਰੂਰੀ ਹੈਗੇ ਆ। ਮੈਂ ਪਹਿਲਾਂ ਛੋਟੀ ਜਿਹੀ 5 ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੁਰੂ ਨਾਨਕ ਦੇਵ ਜੀ ਗੱਲ ਦੱਸਣ ਲੱਗਾ ਹੈਗਾ, ਕਿਉਂਕਿ ਮੈਨੂੰ ਪਤਾ ਮਿਲਿਆ ਹੈਗਾ ਵੀ ਟਾਈਮ ਥੋੜ੍ਹਾ ਮੈਂ ਲੈ ਸਕਦਾ ਹੈਗਾ। ਤੁਹਾਡੀ ਆਗਿਆ ਹੈਗੀ ਕਿ ਮੈਂ ਥੋੜ੍ਹਾ ਜਿਹਾ ਟਾਈਮ ਲੈ ਲਵਾਂ? ਥੈਂਕ ਯੂ ਵੈਰੀ ਮਚ ਜੀ। ਤੇ 5 ਤੋਂ ਪਹਿਲਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਕਿਉਂ ਚੁਣੇ ਸੀਗੇ, ਇਸ ਤੋਂ ਪਹਿਲਾਂ ਮੈਂ ਗੁਰੂ ਨਾਨਕ ਦੇਵ ਜੀ ਦੀ ਇੱਕ ਦੀ ਬਾਬਤ ਗੱਲ ਦੱਸਣ ਲੱਗਾ ਹੈਗਾ। ਪਹਿਲਾਂ ਸਭ ਤੋਂ ਸਾਡਾ ਗੁਰੂ ਗ੍ਰੰਥ ਸਾਹਿਬ ਜਿੱਥੋਂ ਸ਼ੁਰੂ ਹੁੰਦਾ ਹੈਗਾ, ਤੁਹਾਨੂੰ ਪਤਾ ਹੈਗਾ ਉਹ ਇੱਕ ਤੋਂ ਸ਼ੁਰੂ ਹੁੰਦਾ ਹੈਗਾ, ਇੱਕ ਓਂਕਾਰ। ਸਾਰਾ ਗੁਰੂ ਗ੍ਰੰਥ ਸਾਹਿਬ ਜੀ ਡੈਫੀਨੇਸ਼ਨ ਆਫ ਵਨ, ਇੱਕ ਦੀ ਦਿੰਦੇ ਹੈਗੇ, ਫਿਰ ਉਸ ਤੋਂ ਬਾਅਦ ਮੂਲ ਮੰਤਰ ਆ ਜਾਂਦਾ ਹੈਗਾ, ਜਾਣੀ ਇੱਕ ਦੀ ਡੈਫੀਨੇਸ਼ਨ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਗਾਹਾਂ ਤੇ ਗਾਹਾਂ ਇੱਕ ਦੀ ਡੈਫੀਨੇਸ਼ਨ ਹੈਗੀ ਆ। ਇੱਕ ਵਾਰੀ ਨਾ ਗੁਰੂ ਨਾਨਕ ਦੇਵ ਜੀ ਉੱਥੇ ਬਗਦਾਦ ਵਿੱਚ ਗਏ ਸੀਗੇ, ਤੇ ਉੱਥੇ ਇੱਕ ਫਕੀਰ ਦਸਤਾਗੀਰ ਸੀ ਉਹਦਾ ਨਾਮ, ਤੇ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੁਸੀਂ ਇੱਕ ਦੀ ਕਰਦੇ ਹੈਗੇ ਆ, ਤੇ ਨਾਲੇ ਤੁਸੀਂ ਦੱਸੋ ਵੀ ਮੈਨੂੰ ਇੱਕ ਕੁਐਸਚਨ ਦੱਸੋ ਵੀ ਪਰਮਾਤਮਾ ਕੀ ਕਰਦਾ ਹੈਗਾ। ਤੇ ਉਹ ਵੈਸੇ ਫਕੀਰ ਸੀਗਾ, ਭਾਵੇਂ ਫਕੀਰ ਸੀਗਾ, ਪਰ ਹੀ ਵਾਸ ਵੈਰੀ ਰਿਚ ਪਰਸਨ, ਉੱਤੇ ਤਖਤ ਦੇ ਉੱਤੇ ਬੈਠਾ ਸੀਗਾ, ਤੇ ਗੁਰੂ ਨਾਨਕ ਦੇਵ ਜੀ ਥੱਲੇ ਸੀਗੇ ਖੜੇ। ਤਾਂ ਉਹ ਕਹਿੰਦੇ ਵੀ ਪਰਮਾਤਮਾ ਕਰਦਾ ਕੀ ਹੈਗਾ, ਤੇ ਤੁਸੀਂ ਇੱਕ ਤੇ ਕਹਿੰਦੇ ਹੈਗੇ ਆ। ਉਹਨੂੰ ਫਿਰ ਕਹਿਣ ਲੱਗੇ ਵੀ ਜੇ ਤੂੰ ਕੁਐਸਚਨ ਪੁੱਛਣਾ ਹੈਗਾ ਵੀ ਡੋਂਟ ਆਸਕ ਮੀ ਵਾਈ, ਪਰ ਤੂੰ ਮੈਨੂੰ ਇੱਕ ਜਿੱਦਾਂ ਮੈਂ ਤੈਨੂੰ ਕਹਿੰਦਾ ਉੱਦਾਂ ਕਰ।
तो वो फकीर दस्तगीर ਨੂੰ ਕਹਿਣ ਲੱਗੇ ਕਿ ਤੂੰ ਇੱਦਾਂ ਕਰ ਆਪਣੇ ਸਿੰਘਾਸਨ ਤੋਂ ਥੱਲੇ ਆ ਜਾ ਇੱਥੇ ਫਿਰ ਮੈਂ ਤੈਨੂੰ ਦੱਸ ਦਿੰਦਾ ਵੀ ਕਿਹੜਾ ਪਰਮਾਤਮਾ ਕੀ ਕਰਦਾ ਹੈਗਾ। ਉਹ ਫਕੀਰ ਦਸਤਗੀਰ ਜਿਹੜਾ ਸੀਗਾ ਨਾ ਉਹ ਉੱਤੋਂ ਜਿਹੜੇ ਥੱਲੇ ਆਇਆ ਤਾਂ ਗੁਰੂ ਨਾਨਕ ਦੇਵ ਜੀ ਉੱਥੋਂ ਥੱਲੇ ਸੀ ਖੜੇ ਉਹ ਉੱਤੇ ਜਾ ਕੇ ਸਿੰਘਾਸਨ ਤੇ ਬਹਿ ਗਏ। ਤਾਂ ਫਿਰ ਉਹ ਫਕੀਰ ਦਸਤਗੀਰ ਕਹਿਣ ਲੱਗਾ ਵੀ ਤੂੰ ਦੱਸ ਪਰਮਾਤਮਾ ਕੀ ਕਰਦਾ ਹੈਗਾ। ਤੇ ਗੁਰੂ ਨਾਨਕ ਦੇਵ ਕਹਿਣ ਲੱਗੇ ਆ ਜੋ ਹੁਣ ਹੋਇਆ ਹੈਗਾ ਇਹੀ ਕਰਦਾ ਹੈਗਾ। ਜਿਹੜਾ ਤਖਤ ਤੇ ਬੈਠਾ ਹੈਗਾ ਉਸ ਨੂੰ ਥੱਲੇ ਲਿਆਉਂਦਾ ਤੇ ਜਿਹੜਾ ਥੱਲੇ ਬੈਠਾ ਹੈਗਾ ਉਹਦੀ ਮਰਜ਼ੀ ਹੋਵੇ ਤਾਂ ਉਸ ਨੂੰ ਤਖਤ ਤੇ ਲੈ ਜਾਂਦਾ ਹੈਗਾ। ਇਹ ਉਸ ਦੀ ਇੱਕ ਦੀ ਮਰਜ਼ੀ ਹੈਗੀ ਆ। ਤਾਂ ਫਿਰ ਬਾਕੀ ਜਿਹੜਾ ਇੱਕ ਵਾਰੀ ਨਾ ਫਿਰ ਉਹਨਾਂ ਨੇ ਥੋੜ੍ਹੇ ਜਿਹੇ ਆਪਣੇ ਬੌਲ ਦੇ ਵਿੱਚ ਪਾ ਕੇ ਨਾ ਇੱਕ ਬੌਲ ਦੇ ਵਿੱਚ ਥੋੜ੍ਹੇ ਜਿਹੇ ਮੋਤੀ ਦਿੱਤੇ ਗੁਰੂ ਨਾਨਕ ਦੇਵ ਨੂੰ, ਪਰ ਗੁਰੂ ਨਾਨਕ ਦੇਵ ਨੂੰ ਮੋਤੀ ਨਹੀਂ ਚਾਹੀਦੇ ਹੈਗੇ। ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੁਸੀਂ ਗਿਣ ਕੇ ਦਿਓ। ਤਾਂ ਫਿਰ ਗਿਣ ਕੇ ਦਿਓ ਫਿਰ ਮੈਂ ਲੈ ਲੈਂਦਾ। ਤਾਂ ਉਹ ਫਿਰ ਪਹਿਲਾਂ ਤਾਂ ਇੱਦਾਂ ਗਿਣ ਲੱਗ ਪਏ ਥੋੜ੍ਹੇ ਮੁੜ ਪਾ ਕੇ 25 50 75 100 ਇੱਦਾਂ ਗਿਣ ਲੱਗ ਪਏ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਫੇਰ ਗਿਣੋ। ਉਹ ਕਹਿੰਦੇ ਕਾਹਤੇ ਮੈਂ ਗਿਣ ਤਾਂ ਲਿਆ ਹੈਗਾ। ਕਹਿੰਦੇ ਨਹੀਂ ਤੁਸੀਂ ਫੇਰ ਗਿਣੋ। ਤੇ ਉਹ ਕਹਿੰਦੇ ਫਿਰ ਅੱਛਾ 5 10 15 20 ਇੱਦਾਂ ਗਿਣ ਲੱਗ ਪਏ। ਕਹਿੰਦੇ ਨਹੀਂ ਇਹ ਵੀ ਤੁਹਾਡੀ ਗੱਲ ਗਿਣਤੀ ਗਲਤ ਹੈਗੀ ਆ ਵੀ ਤੁਸੀਂ ਫੇਰ ਗਿਣੋ। ਤਾਂ ਫਿਰ ਕਹਿੰਦੇ ਮੈਨੂੰ ਤਾਂ ਫਿਰ ਮੈਂ ਤਾਂ ਇੱਦਾਂ ਗਿਣਦਾ ਹੈਗਾ। ਕਹਿੰਦਾ ਨਹੀਂ ਇੱਕ ਤੋਂ ਗਿਣੋ। ਇੱਕ ਤੋਂ ਸ਼ੁਰੂ ਹੁੰਦਾ ਸਾਰਾ ਕੁਛ। 1 2 ਇੱਥੋਂ ਸ਼ੁਰੂ ਹੁੰਦਾ। ਜਿੰਨਾ ਚਿਰ ਇੱਕ ਨਹੀਂ ਹੈਗਾ ਉਹਨਾਂ ਚਿਰ ਹੋਰ ਕੁਛ ਨਹੀਂ। ਇਸੇ ਤਰ੍ਹਾਂ ਜਿੰਨਾ ਚਿਰ ਪਰਮਾਤਮਾ ਨਹੀਂ ਹੈਗਾ ਉਹਨਾਂ ਚਿਰ ਸਾਡੀ ਕੋਈ ਬਿਗਨਿੰਗ ਨਹੀਂ ਹੈਗੀ। ਤੇ ਹੁਣ ਮੈਂ ਦੱਸਦਾ ਹੈਗਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਵੇਲੇ ਗੁਰੂ ਨਾਨਕ ਵੇਲੇ ਇੱਕ ਸਿੱਖ ਨਿਤਰਿਆ ਸੀਗਾ ਭਾਈ ਲਹਿਣਾ ਜੀ ਜਿਹੜਾ ਕਿ ਅੰਗਦ ਦੇਵ ਜੀ ਬਣੇ ਸੀਗੇ। ਤੇ ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਨਾ ਗੱਲਾਂ ਦੱਸਣੀਆਂ ਹੈਗੀਆਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸੇ ਤਾਂ ਉਹਨਾਂ ਦੇ ਕੋਈ ਵੀ ਅਸੀਂ ਕੌਣ ਹੁੰਦੇ ਹੈਗੇ ਉਹਨਾਂ ਦੇ ਭੇਦ ਦੱਸਣ ਵਾਲੇ ਸਾਨੂੰ ਕੁਝ ਵੀ ਨਹੀਂ ਪਤਾ ਹੈਗਾ। ਸਿਰਫ ਉੱਦਾਂ ਹੀ ਗੱਲਾਂ ਸੁਣ ਕੇ ਤਾਂ ਦੱਸਦੇ ਰਹਿੰਦੇ ਹੈਗੇ ਆ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਕਿ 5 ਦੀ ਗਿਣਤੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਹਤੇ ਕੀਤੀ ਸੀ। ਇਹਦੇ ਵਿੱਚ ਥੋੜ੍ਹੀ ਜਿਹੀ ਮੈਂ ਤੁਹਾਨੂੰ ਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਚਾਹੇ ਹੋਰ ਸਾਡੇ ਸਿੱਖ ਧਰਮ ਦੇ ਵਿੱਚ ਕੁਝ ਗੱਲਾਂ ਹੈਗੀਆਂ ਜਿਹੜੀਆਂ 5 ਦੀ ਗਿਣਤੀ ਕਾਹਤੇ ਹੈਗੀ ਆ। ਦੇਖੋ ਮਹਾਰਾਜ ਨੇ 5 ਪਿਆਰੇ ਚੁਣੇ ਸੀਗੇ ਤੇ ਉਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਦੱਸਿਆ ਸੀ ਕਿ ਉਹ 1 ਵੀ ਚੁਣ ਸਕਦੇ ਸੀਗੇ 7 ਵੀ ਚੁਣ ਸਕਦੇ 10 ਵੀ ਚੁਣ ਸਕਦੇ ਸੀਗੇ। ਪਰ ਉਹਨਾਂ ਨੇ 5 ਪਿਆਰੇ ਕਾਹਤੇ ਚੁਣੇ ਸੀਗੇ ਤਾਂ ਉਹਨਾਂ ਦੇ ਤੁਹਾਨੂੰ ਪਤਾ ਹੈਗਾ। ਵੈਸੇ ਥੋੜ੍ਹੀ ਮੈਂ ਉਹਨਾਂ ਦੀ ਨਾਲੋਂ ਨਾਲ ਦੱਸੀ ਚੱਲੂੰਗਾ। 5 ਪਿਆਰੇ ਜਿਹੜੇ ਸੀਗੇ ਨਾ ਉਹ ਸੀਗੇ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਤਾਂ ਦਇਆ ਵੀ ਸਾਡੇ ਸਿੱਖ ਦੇ ਵਿੱਚ ਉਹਨਾਂ ਨੇ ਇਸ ਵਾਸਤੇ ਚੁਣੇ ਸੀਗੇ ਕਿ ਸਾਡੇ ਸਿੱਖ ਦੇ ਵਿੱਚ ਜਿਹੜਾ ਸਿੱਖ ਬਣ ਗਿਆ ਖਾਲਸਾ ਬਣੂਗਾ ਉਹਦੇ ਵਿੱਚ ਦਇਆ ਹੋਣੀ ਚਾਹੀਦੀ ਹੈਗੀ ਆ। ਉਹਦੇ ਵਿੱਚ ਧਰਮ ਹੋਣਾ ਚਾਹੀਦਾ ਹੈਗਾ, ਕਾਈਂਡਨੈਸ ਹੋਣੀ ਚਾਹੀਦੀ ਹੈਗੀ ਆ ਤੇ ਉਹਦੇ ਵਿੱਚ ਧਰਮ ਹੋਣਾ ਚਾਹੀਦਾ ਹੈਗਾ, ਰਿਲੀਜੀਅਸ ਹੋਣਾ ਚਾਹੀਦਾ ਹੈਗਾ। ਫਿਰ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ ਉਹਦੇ ਵਿੱਚ ਜਾਣੀ ਨਾ ਬਰੇਵਰੀ ਵੀ ਹੋਣੀ ਚਾਹੀਦੀ ਹੈਗੀ ਆ। ਫਿਰ ਮੋਹਕਮ ਸਿੰਘ ਹੁੰਦਾ ਹੈਗਾ ਜਾਣੀ ਨਾ ਆਪਣੇ ਧੀਰਜ ਜਿਹਨੂੰ ਕਹਿੰਦੇ ਹੁੰਦੇ ਕੰਟੈਂਟਮੈਂਟ। ਸਾਡੇ ਵਿੱਚ ਧੀਰਜ ਵੀ ਹੋਣਾ ਚਾਹੀਦਾ ਹੈਗਾ। ਤੇ ਫਿਰ ਅਸੀਂ ਮਤਲਬ ਫਿਰ ਲਾਸਟ ਵਾਲਾ ਹੈਗਾ ਸਾਹਿਬ, ਜਿਸ ਲਈ ਅਸੀਂ ਫਿਰ 5 ਪਿਆਰਿਆਂ ਦੇ ਵਿੱਚ ਹੋ ਜਾਂਦੇ ਹੈਗੇ ਆ। ਸਾਡੇ ਵਿੱਚ ਉਹ ਕੁਆਲਿਟੀ ਆ ਜਾਂਦੀ ਹੈਗੀ ਆ। ਇੱਕ ਤਾਂ ਨਾਮ ਜਪਣਾ ਹੁੰਦਾ ਹੈਗਾ ਤੇ ਇੱਕ ਫਿਰ ਅਸੀਂ ਉਸ ਦੇ ਸਾਹਿਬ ਵੀ ਬਣ ਜਾਂਦੇ ਹੈਗੇ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਬਣ ਜਾਂਦੇ ਹੈਗੇ। ਸਾਡੇ ਵਿੱਚ ਇੱਦਾਂ ਨਹੀਂ ਕਿ ਮਤਲਬ ਫਿਰ ਅਸੀਂ ਕਿਸੇ ਤੋਂ ਮੰਗਣਾ ਹੈਗਾ, ਕਿਸੇ ਤੋਂ ਭੀਖ ਮੰਗਣੀ ਹੈਗੀ ਨਾ, ਫਿਰ ਸਾਡੇ ਵਿੱਚ ਉਹ ਕੁਆਲਿਟੀ ਆ ਜਾਂਦੀ ਹੈਗੀ ਆ। ਇਹ ਤਾਂ 5 ਪਿਆਰੇ ਸੀਗੇ। ਉਸ ਤੋਂ ਬਾਅਦ 5 ਕਕਾਰ ਹੈਗੇ ਆ। ਤੁਹਾਨੂੰ ਪਤਾ ਹੈਗਾ ਵੀ ਮੈਂ ਸਾਰੇ 5 ਦੀ ਗਿਣਤੀ ਦੱਸਣੀ ਹੈਗੀ ਆ। ਉਹਨਾਂ ਦਾ ਹੈਗਾ ਕੇਸ, ਕੰਘਾ, ਕੱਛ, ਕਿਰਪਾਨ, ਘੜਾ। ਕੇਸ ਤਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੇ ਕੇਸ ਹੈਗੇ ਨਾ ਉਹ ਸਾਨੂੰ ਜੇ ਉਹਦੀ ਕੈਮੀਕਲ ਐਨਾਲਿਸਿਸ ਕਰਕੇ ਦੇਖੀ ਜਾਵੇ ਨਾ ਤਾਂ ਉਹਦੀ ਜਿਹੜੀ ਕੰਪੋਜੀਸ਼ਨ ਹੈਗੀ ਆ ਤੁਹਾਡੇ ਉਹਦੇ ਵਿੱਚ ਕਾਰਬਨ ਤੁਹਾਨੂੰ ਮੈਂ ਦੱਸਿਆ ਸੀਗਾ 45% ਹੁੰਦੀ ਹੈਗੀ ਆ, ਆਕਸੀਜਨ 27% ਹੁੰਦੀ ਹੈਗੀ ਆ ਤੇ ਨਾਈਟ੍ਰੋਜਨ 17% ਹੁੰਦੀ ਆ ਤੇ ਬਾਅਦ ਵਿੱਚ ਸਲਫਰ 6% ਹੁੰਦੀ ਆ ਤੇ ਹਾਈਡਰੋਜਨ 5% ਹੁੰਦੀ ਹੈਗੀ ਆ। ਕੁਝ ਟ੍ਰੇਸਿਸ ਜਿਹੜੇ ਆ ਕੈਲਸ਼ੀਅਮ ਦੇ ਵੀ ਹੁੰਦੇ ਹੈਗੇ ਆ ਤੇ ਪਰ ਇਹ 100% ਹੁੰਦਾ। ਤਾਂ ਜੇ ਅੱਜ ਕੱਲ੍ਹ ਜਿਹੜੇ ਸਾਡੇ ਕੇਸ ਹੈ ਇੰਨੇ ਇੰਪੋਰਟੈਂਟ ਹੁੰਦੇ ਹੈਗੇ ਨਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੱਟਿਆ ਸੀ ਵੀ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਕਿਹਾ ਵੀ ਜਿਹਨੇ ਲੰਬੜੇ ਬਾਲ ਆ ਇਹ ਪਰਮਾਤਮਾ ਤੇਰੇ ਲੰਬੇ ਬਾਲ ਹੈਗੇ ਆ। ਇਹਦਾ ਮਤਲਬ ਪਰਮਾਤਮਾ ਦੇ ਲੰਬੇ ਬਾਲ ਉਹਨਾਂ ਨੇ ਦੇਖੇ ਸੀਗੇ। ਤਾਂ ਇਸ ਵਾਸਤੇ ਸਾਨੂੰ ਵੀ ਗੁਰੂ ਗੋਬਿੰਦ ਸਿੰਘ ਨੇ ਕੇਸਾਂ ਵਾਸਤੇ ਕਿਹਾ ਸੀਗਾ। ਕੇਸ ਦਾ ਤੁਹਾਨੂੰ ਪਤਾ ਲੱਗ ਗਿਆ। ਕੰਘਾ ਦਾ ਤੁਹਾਨੂੰ ਪਤਾ ਹੈਗਾ ਵੀ ਕਲੀਨਲੀਨੈਸ ਤੇ ਇੱਕ ਵੁਡਨ ਤਾਂ ਹੈਗਾ ਕਿ ਇਸ ਕਰਕੇ ਵੀ ਇਟਸ ਨਾਟ ਕੰਡਕਟਰ। ਤੇ ਸਾਡੇ ਸਿਰ ਦੇ ਵਿੱਚ ਜਿਹੜੇ ਅਸੀਂ ਬਾਲ ਕਰਦੇ ਹੈਗੇ ਨਾ ਇਟਸ ਨਾਟ ਕੰਡਕਟਰ, ਇਨਸੂਲੇਟਰ ਹੈਗਾ, ਵੁਡਨ ਹੁੰਦਾ ਹੈਗਾ ਤੇ ਇਸ ਵਾਸਤੇ ਸਫਾਈ ਦੀ ਵੀ ਦੱਸੀ ਹੈਗੀ ਆ। ਤੇ ਕੱਚ ਤੁਹਾਨੂੰ ਪਤਾ ਹੈਗਾ ਅਸੀਂ ਵੀ ਸ਼ੁੱਡ ਬੀ ਸੋਰਟ ਆਫ ਹਾਈਲੀ ਇਨ ਮੋਰਲ ਡਿਊਟੀਜ਼
ਕਿਰਪਾਨ ਜਿਹੜੀ ਹੈਗੀ ਆ, ਵੈਸੇ ਉਹਦਾ ਨਾਮ ਹੈਗਾ ਕਿਰਪਾਨ। ਕਿਰਪਾਨ ਜਿਹੜਾ ਵੀ ਤੁਹਾਡੇ ਕੋਲ ਆ ਜਾਵੇ ਉਹਦੇ ਉੱਤੇ ਤੁਸੀਂ ਕਿਰਪਾ ਕਰਨੀ ਹੈਗੀ ਆ। ਜਿਹੜਾ ਵੀ ਤੁਹਾਡੇ ਕੋਲ ਆ ਜਾਵੇ ਕਿਰਪਾ ਕਰਨੀ ਹੈਗੀ ਆ। ਤੇ ਕੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਟਸ ਏ ਰਾਊਂਡ ਸਰਕਲ, ਤੇ ਇਟ ਇਜ਼ ਦੀ ਡਿਸਕ੍ਰਿਪਸ਼ਨ ਆਫ ਦੀ ਐਮਬੋਡੀਮੈਂਟ ਆਫ ਗੋਡ। ਉਹਦਾ ਕੀ ਮਤਲਬ ਹੈਗਾ ਵੀ ਜਿਹੜਾ ਕੜਾ ਹੈਗਾ ਇਹ ਨਾ ਸ਼ੁਰੂ ਹੁੰਦਾ ਹੈ, ਇਟਸ ਸਰਕਲ ਕੰਟੀਨਿਊਸ ਹੈਗਾ, ਨਾ ਕਿਤੋਂ ਸ਼ੁਰੂ ਹੁੰਦਾ ਹੈਗਾ ਤੇ ਨਾ ਹੀ ਐਂਡ ਹੁੰਦਾ ਹੈਗਾ। ਇਸ ਵਾਸਤੇ ਪਰਮਾਤਮਾ ਜਿਹੜਾ ਹੈਗਾ ਇਹ ਜਾਣੀ ਇਹਦਾ ਕੋਈ ਸ਼ੁਰੂ ਨਹੀਂ ਹੈਗਾ, ਇਸ ਦਾ ਕੋਈ ਐਂਡ ਨਹੀਂ। ਇਸੇ ਵਾਸਤੇ ਜਿਹੜਾ ਸਾਡਾ ਵੀ ਹੈਗਾ ਨਾ, ਅਸੀਂ ਉਸਦਾ ਸੋਚ ਲੈਂਦੇ ਹਾਂ ਕਿ ਅਸੀਂ ਜਨਮੇ ਤਾਂ ਮਰਨਾ ਹੈਗਾ, ਪਰ ਜਿਹੜਾ ਜਨਮ ਮਰਨਾ ਹੈਗਾ ਇਹ ਕੰਟੀਨਿਊਸ਼ਨ ਹੈਗਾ। ਅਸੀਂ ਦੇਖੋ ਜਦੋਂ ਪਹਿਲਾਂ ਬੱਚਾ ਆਉਂਦਾ ਹੈਗਾ ਪਤਾ ਨਹੀਂ ਕਿੱਥੋਂ ਆਉਂਦਾ ਹੈਗਾ, ਫਿਰ ਬੱਚਾ ਹੋ ਜਾਂਦਾ, ਫਿਰ ਜਵਾਨ ਹੋ ਜਾਂਦਾ, ਫਿਰ ਬੁੱਢਾ ਹੋ ਜਾਂਦਾ, ਫਿਰ ਮੌਤ ਹੋ ਜਾਂਦੀ ਹੈ, ਪਰ ਫਿਰ ਉਹ ਕਿੱਥੇ ਚਲ ਜਾਂਦਾ ਹੈਗਾ, ਪਰ ਕਿੱਥੋਂ ਆਇਆ ਹੈਗਾ। ਇਹ ਵੀ ਸਾਡੀ ਕੰਟੀਨਿਊਸ਼ਨ ਜਿਹੜੀ ਹੈਗੀ ਨਾ ਸਾਡੇ ਹੈਗੀ ਆ ਲਾਈਫ ਸਾਈਕਲ। ਫਿਰ 5 ਸਰੋਵਰ ਹੈਗੇ ਆ ਸਾਡੇ ਵਿੱਚ, ਤੁਹਾਨੂੰ ਪਤਾ ਰਾਮਸਰ ਜਿਹਨੂੰ ਹਰਿਮੰਦਰ ਸਾਹਿਬ ਕਹਿੰਦੇ ਹੈਗੇ ਆ, ਜਾਨੀ ਹਰਿਮੰਦਰ ਸਾਹਿਬ ਜਿਹੜਾ ਹੈਗਾ ਹੀ ਹੈਗਾ, ਤੇ ਰਾਮਸਰ ਇੱਥੇ ਤੁਹਾਨੂੰ ਪਤਾ ਕੀ ਹੋਇਆ ਸੀਗਾ। ਰਾਮਸਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੀ ਸੀਗੀ। ਤਕਰੀਬਨ 14 ਮਹੀਨੇ ਲਾ ਕੇ ਨਾ ਇੱਥੇ ਗੁਰੂ ਗ੍ਰੰਥ ਸਾਹਿਬ ਆਪ ਲਿਖਾਉਂਦੇ ਸੀਗੇ ਤੇ ਭਾਈ ਗੁਰਦਾਸ ਜੀ ਲਿਖਦੇ ਸੀਗੇ। ਤਾਂ ਇੱਥੇ 14 ਮਹੀਨਿਆਂ ਤੋਂ ਬਾਅਦ ਫਿਰ ਉਹਦੀ ਰਚਨਾ ਹੋਈ ਸੀਗੀ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤਕਰੀਬਨ 2.5 ਸਾਲ ਪੂਰਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਪੂਰਾ ਕਰ ਗਿਆ ਸੀਗੇ, ਜਿਹਨੂੰ ਉਸਲੇ ਪੋਥੀ ਸਾਹਿਬ ਕਹਿੰਦੇ ਸੀਗੇ। ਤਾਂ ਉਹ ਪੋਥੀ ਸਾਹਿਬ ਜਿਹੜਾ ਹੈਗਾ ਇਸ ਵੇਲੇ ਉਹ ਤੁਹਾਨੂੰ ਪਤਾ ਨਾ ਕਰਤਾਰਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਪਿਆ ਹੈਗਾ, ਤੇ ਪਰ ਉਸਦੇ 975 ਪੇਜ ਸੀਗੇ। ਤੇ ਹੁਣ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਹੈਗੇ ਆ 1430 ਪੇਜਸ ਹੈਗੇ ਆ। ਤੇ ਸੰਤੋਖ ਸਰ ਤੁਹਾਨੂੰ ਪਤਾ ਨਾ ਸੰਤੋਖ ਸਰ ਕੀ ਹੋਇਆ ਸੀਗਾ, ਜਿਸਲੇ ਹਰਿਮੰਦਰ ਸਾਹਿਬ ਬਣ ਰਿਹਾ ਸੀਗਾ ਉੱਥੇ ਦੀ ਮਿੱਟੀ ਜਿਹੜੀ ਸੀਗੀ ਉਹ ਸੰਤੋਖ ਸਰ ਵਿੱਚ ਭੇਜੀ ਜਾਂਦੀ ਸੀਗੀ, ਤੇ ਉੱਥੋਂ ਇੱਕ ਮੱਟ ਵੀ ਨਿਕਲਿਆ ਸਰ, ਤੁਸੀਂ ਕਈਆਂ ਨੇ ਸੁਣਿਆ ਹੋਣਾ ਹੈਗਾ। ਜਿਹੜਾ ਮੱਟ ਹੈਗਾ ਉਹਦੇ ਵਿੱਚ ਇੱਕ ਬਹੁਤ ਹੀ ਭਗਤ ਲੋਕ ਪੁਰਾਣੇ ਸਮੇਂ ਤੋਂ ਉਹ ਮੱਟ ਦੇ ਵਿੱਚ ਬੰਦ ਸੀਗਾ, ਤੇ ਉਹ ਫਿਰ ਜਿਸਲੇ ਬਾਹਰ ਨਿਕਲਿਆ ਤੇ ਮਹਾਰਾਜ ਨੇ ਫਿਰ ਉਹਦਾ ਉਦਘਾਰ ਕੀਤਾ ਸੀਗਾ ਗੁਰੂ ਅਰਜਨ ਦੇਵ ਜੀ ਨੇ। ਫਿਰ ਵਿਵੇਕ ਸਰ, ਸੋ 5 ਸਰੋਵਰ ਹੈਗਾ ਹਰਿਮੰਦਰ ਸਾਹਿਬ, ਰਾਮਸਰ, ਸੰਤੋਖ ਸਰ, ਵਿਵੇਕ ਸਰ ਤੇ ਕੌਲ ਸਰ। ਤੁਹਾਨੂੰ ਕੌਲ ਸਰ ਦਾ ਵੀ ਪਤਾ ਹੈਗਾ ਵੀ ਵੈਸੇ ਮੈਂ ਤੁਹਾਨੂੰ ਪਤਾ ਨਾ ਕਿ ਬੀਬੀ ਸੀਗੀ ਜਿਹੜੀ ਮੁਸਲਮਾਨ ਬੀਬੀ ਸੀਗੀ, ਤੇ ਗੁਰੂ ਹਰਗੋਬਿੰਦ ਜੀ ਸਾਹਿਬ ਦੇ ਕੋਲ ਰਹਿੰਦੇ ਹੁੰਦੇ ਸੀਗੇ, ਤੇ ਉਹ ਆਪਣਾ ਚਾਹੁੰਦੀ ਸੀਗੀ ਵੀ ਉਹਨਾਂ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਤੁਸੀਂ ਮੇਰਾ ਨਾਮ ਉੱਚਾ ਹੋਣਾ ਚਾਹੀਦਾ। ਉਹਨਾਂ ਦੀ ਪਤਾ ਨਹੀਂ ਕੀ ਡਿਮਾਂਡ ਸੀਗੀ, ਪਰ ਉਹਨਾਂ ਨੇ ਕਿਹਾ ਵੀ ਅੱਛਾ ਤੇਰਾ ਜਿਹੜਾ ਸੀਗਾ ਨਾ ਤੇਰਾ ਨਾਮ ਹਮੇਸ਼ਾ ਵਾਸਤੇ ਬਣਿਆ ਰਹੇਗਾ, ਇਸ ਵਾਸਤੇ ਉਹਦੇ ਨਾਂ ਦੇ ਉੱਤੇ ਕੌਲ ਸਰ ਰੱਖ ਦਿੱਤਾ ਸੀਗਾ। ਤੇ 5 ਤਖਤ ਹੈਗੇ ਆ, ਤੁਹਾਨੂੰ ਪਤਾ ਅਕਾਲ ਤਖਤ ਹੈਗਾ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀਗਾ ਅਕਾਲ ਤਖਤ। ਹਰਿਮੰਦਰ ਸਾਹਿਬ ਜਿਹੜਾ ਕਿ ਪਟਨਾ ਸਾਹਿਬ ਵਿੱਚ ਹੈਗਾ, ਉਹ ਤੁਹਾਨੂੰ ਪਤਾ ਹੈਗਾ ਗੁਰੂ ਗੋਬਿੰਦ ਸਿੰਘ ਦੇ ਜਨਮ ਦੇ ਅਸਥਾਨ ਹੈਗਾ, ਉੱਥੇ ਉਹ ਤਖਤ ਬਣਿਆ ਸੀਗਾ। ਤੇ ਕੇਸਗੜ੍ਹ ਸਾਹਿਬ ਜਿਹੜਾ ਸੀਗਾ ਉੱਥੇ ਕੀ ਹੋਇਆ ਸੀਗਾ, ਉੱਥੇ ਸਾਡੇ ਖਾਲਸੇ ਦੀ ਜਨਮ ਆਪਣੇ ਜਿੱਦਾਂ ਸਮਝ ਲਓ ਪ੍ਰਕਾਸ਼ ਹੋਇਆ ਸੀ ਖਾਲਸੇ ਦਾ, ਉੱਥੇ ਮਹਾਰਾਜ ਨੇ 5 ਪਿਆਰੇ ਚੁਣੇ ਸੀਗੇ। ਤੇ ਹਜ਼ੂਰ ਸਾਹਿਬ ਜਿਹੜਾ ਹੈਗਾ ਤੇ ਉੱਥੇ ਮਹਾਰਾਜ 10ਵੇਂ ਪਾਤਸ਼ਾਹ ਬਾਅਦ ਦੇ ਵਿੱਚ ਅੰਤਮ ਸਮੇਂ ਉੱਥੇ ਚਲੇ ਗਏ ਸੀਗੇ। ਤੇ ਉਸ ਤੋਂ ਜਾਣ ਤੋਂ ਪਹਿਲਾਂ ਦਮਦਮਾ ਸਾਹਿਬ ਜਿੱਥੇ ਤੁਹਾਨੂੰ ਪਤਾ ਮਹਾਰਾਜ 10ਵੇਂ ਪਾਤਸ਼ਾਹ ਰਹੇ ਸੀਗੇ, ਉੱਥੇ ਉਹਨਾਂ ਨੇ ਕਾਫੀ ਬਹੁਤ ਹੀ ਜਿਹੜੀ ਐਸੇ ਕਾਰਜ ਕੀਤੇ ਸੀ ਜਿਹੜੇ ਜਿੱਥੇ ਬਾਬਾ ਦੀਪ ਸਿੰਘ ਵੀ ਸੀਗੇ, ਸਾਰੇ ਕੁਝ ਸੀਗੇ। ਇਹ 5 ਤਖਤ ਹੈਗੇ ਆ। ਹੁਣ ਜਿਹੜੇ ਸਾਡੇ ਸਰੀਰ ਹੈਗਾ ਨਾ, ਜਿਹੜਾ ਸਾਡਾ ਬੋਡੀ ਹੈਗੀ ਆ, ਇਹ ਵੀ 5 ਤੱਤ ਹੈਗੇ। ਵੈਸੇ 올ਡਨ ਡੇ ਦੇ ਵਿੱਚ ਜਿਹੜੇ ਤੱਤ ਹੈਗੇ ਉਹਨਾਂ ਨੂੰ ਕੰਪਾਊਂਡ ਕਹਿੰਦੇ ਹੁੰਦੇ ਸੀਗੇ, ਤਾਂ ਪਰ ਅੱਜ ਕੱਲ੍ਹ ਕੈਮਿਸਟਰੀ ਦੇ ਵਿੱਚ ਜਿਹੜੇ ਤੱਤ ਹੁੰਦੇ ਆ ਉਹ ਐਲੀਮੈਂਟ ਹੁੰਦੇ ਆ। ਤਾਂ ਪਰ ਪਹਿਲੇ ਜ਼ਮਾਨੇ ਦੇ ਵਿੱਚ ਅੱਜ ਤੋਂ ਸਮਝ ਲਓ 200 ਸਾਲ ਪਹਿਲਾਂ ਇਹਨਾਂ ਨੂੰ ਤੱਤ ਕਹਿੰਦੇ ਹੁੰਦੇ ਸੀਗੇ। ਤੱਤ ਮੀਨਸ ਕੰਪਾਊਂਡ। ਉਹ ਸਾਡਾ ਜਿਹੜਾ ਸਰੀਰ ਹੈਗਾ ਉਹ 5 ਤੱਤਾਂ ਦਾ ਬਣਿਆ ਹੈਗਾ, ਅੱਗ, ਪਾਣੀ, ਹਵਾ, ਧਰਤੀ, ਆਕਾਸ਼। ਇਹ ਤੁਹਾਨੂੰ ਪਤਾ ਹੈ ਵੀ ਜਿਸਲੇ ਸਾਡੀ ਬੋਡੀ ਫਿਰ ਇੱਥੋਂ ਜਾਂਦੀ ਹੈਗੀ ਆ ਇਹਨਾਂ 5 ਤੱਤਾਂ ਦੇ ਵਿੱਚ ਮਿਲ ਜਾਂਦੀ ਹੈਗੀ ਆ। ਤੇ ਵੈਸੇ ਮੈਂ ਤੁਹਾਨੂੰ ਆਕਾਸ਼ ਜਿਹੜਾ ਹੈਗਾ ਉਹਦੇ ਕਦੇ ਫੇਰ ਦੱਸੂਗਾ। ਉਹ ਈਥਰ ਹੁੰਦਾ ਹੈਗਾ, ਉਹ ਸਾਡਾ ਲਿੰਕ ਕਿੱਦਾਂ ਹੁਣ ਜਿੱਦਾਂ ਭਾਵੇਂ ਅਸੀਂ ਦੂਰ ਦੂਰ ਬੈਠੇ ਹੋਏ ਹੈਗੇ ਆ, ਭਾਵੇਂ ਕੋਈ ਅਸੀਂ ਇੱਥੇ ਬੈਠੇ ਹੈਗੇ ਆ, ਚਾਹੇ ਕੋਈ ਅਫਗਾਨਿਸਤਾਨ ਵਿੱਚ ਬੈਠਾ ਹੈਗਾ, ਸਾਡਾ ਲਿੰਕ ਕਿਸ ਤਰ੍ਹਾਂ ਹੈਗਾ, ਉਹ 5 ਤੱਤਾਂ ਦੇ ਨਾਲ ਹੁੰਦਾ ਹੈਗਾ। ਤੇ 5 ਖੰਡ ਹੈਗੇ ਆ, ਜਿਸਲੇ ਅਸੀਂ ਆਮ ਤੋਂ ਚੇਤੇ ਰੱਖਿਓ ਪਲੀਜ਼। ਜਿਸਲੇ ਅਸੀਂ ਪਾਠ ਕਰਦੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਤੋਂ ਪਹਿਲਾਂ ਜਿਹੜੇ 5 ਖੰਡ ਦੱਸੇ ਸੀਗੇ, ਉਹ ਕਿਹੜੇ ਕਿਹੜੇ ਹੈਗੇ ਆ? ਧਰਮ ਖੰਡ,
ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸੱਚਖੰਡ। ਤੇ ਧਰਮਖੰਡ ਕੀ ਹੈ? ਵੀ ਸ਼ੁੱਡ ਡੂ ਦੀ ਡੀਡਸ ਆਫ ਗੁੱਡ, ਵੀ ਸ਼ੁੱਡ ਡੂ ਦੀ ਗੁੱਡ ਡੀਡਸ, ਅਸੀਂ ਧਰਮ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਹੈਗੀਆਂ। ਗਿਆਨਖੰਡ ਕੀ ਆ? ਵੀ ਸ਼ੁੱਡ ਹੈਵ ਦੀ ਨੌਲੇਜ ਆਫ ਅਬਾਊਟ ਗੁਰੂ ਗ੍ਰੰਥ ਸਾਹਿਬ ਜੀ and about each other, how we should deal with each other. ਸਰਮਖੰਡ ਜਿੱਥੇ ਅਸੀਂ ਨਾ ਮਿਹਨਤ ਕਰਦੇ ਹੈਗੇ ਆ। ਸਰਮ ਕਾਹਦੀ ਕਰਦੇ ਹੈਗੇ? ਮਿਹਨਤ। ਅਸੀਂ ਮਿਹਨਤ ਕਰਦੇ ਹੈਗੇ ਜਿਸ ਵੇਲੇ ਅਸੀਂ ਪਾਠ ਕਰਦੇ ਹਾਂ ਨਾ, ਉਸ ਵੇਲੇ ਸਾਨੂੰ 7 ਤਰੀਕਿਆਂ ਦੇ ਨਾਲ ਵੈਸੇ ਪਾਠ ਕਰਨਾ ਚਾਹੀਦਾ ਹੈ। ਜਿਸ ਆਪਣੇ ਸਿਮਰਨ ਕਰਦੇ ਹੈਗੇ, ਵਾਹਿਗੁਰੂ ਦਾ ਨਾਮ ਜਪਦੇ ਹੈਗੇ ਆ, ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ, ਉਹ ਅਸੀਂ ਜਿਹੜੇ ਜਪ ਕਰਦੇ ਹੈਗੇ ਆ, ਉਸ ਵੇਲੇ ਸਾਨੂੰ ਮਿਹਨਤ ਕਰਨੀ ਚਾਹੀਦੀ ਹੈਗੀ, ਉਹਨੂੰ ਅਸੀਂ ਸਰਮਖੰਡ ਕਹਿੰਦੇ ਹੈਗੇ ਆ। ਤੇ ਕਰਮਖੰਡ ਕੀ ਹੁੰਦਾ ਹੈਗਾ? ਕਰਮਖੰਡ ਕਿੱਥੇ? ਉਸ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਕਰਮ ਹੈ ਨੇ ਉਸ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈਗੀ ਆ। ਫਿਰ ਸੱਚਖੰਡ ਕੀ ਹੁੰਦਾ ਹੈਗਾ? ਫਿਰ ਸੱਚਖੰਡ ਅਸੀਂ ਉਹਦੇ ਨਾਲ, ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਹੈਗੇ ਆ। ਇਹ ਸਾਡੇ 5 ਖੰਡ ਹਨ। ਫਿਰ ਮਹਾਰਾਜ ਨੇ ਆਪਣੇ ਜਪਜੀ ਸਾਹਿਬ ਦੇ ਵਿੱਚ ਇਹ ਕਹਿੰਦਾ ਹੈ, 5 ਪ੍ਰਵਾਨ 5 ਪ੍ਰਧਾਨ, ਪੰਚੇ ਪਾਵੇ ਦਰਗਾ ਮਾਨ, ਪੰਚੇ ਸੋਹੇ ਧਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਇਹ ਵੀ 5 ਜਿਹੜੇ ਹੈਗੇ ਨਾ ਪ੍ਰਵਾਨ, ਯਾਨੀ ਜਿਹੜੇ 5 ਹੈਗੇ, 2 ਮਹੀਨੇ ਹੈਗੇ, 5 ਦਾ ਮਤਲਬ 5 ਰਲ ਕੇ। ਇੱਕ ਤਾਂ ਹੈਗਾ, ਇੱਕ 5 ਮਹੀਨੇ ਜਿਹੜੇ ਚੰਗੇ ਹੈਗੇ, ਜਿਹੜੇ ਆਲ ਸੋਸ਼ਲੀ ਡਿਵੈਲਪਡ, ਜਿਹੜੇ ਪੰਚੇ ਹੈਗੇ, ਜਿਹੜੇ ਹਾਈਲੀ ਕੁਆਲੀਫਾਈਡ ਪੀਪਲ, ਨਾਟ ਐਜੂਕੇਸ਼ਨਲੀ ਬਟ ਰਿਲੀਜੀਅਸਲੀ, ਜਿਹੜੇ ਸਾਰੇ ਹੈਗੇ ਨਾ, ਉਹਨਾਂ ਨੂੰ 5 ਕਹਿੰਦੇ ਹੈਗੇ ਆ। ਉਹ ਹੀ ਪ੍ਰਵਾਨ ਹੁੰਦੇ ਹੈਗੇ ਆ। ਤਾਂ ਫਿਰ ਅਸੀਂ ਮਹਾਰਾਜ ਦੇ ਸ਼ਬਦ ਹੈਗਾ ਇੱਕ ਵਿਸਮਾਦ ਅਵਸਥਾ ਵਿੱਚ, ਜਿੱਥੇ ਕਹਿੰਦੇ ਹੈਗੇ 5 ਸ਼ਬਦ ਤਿਤ, 5 ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸੌਣ ਮਾਜੇ, ਕਲਾ ਚਿਤ ਘਰ ਧਾਰੀਆ। ਉਹ 5 ਸ਼ਬਦ ਕਿਹੜੇ ਹੈਗੇ ਆ? ਜਿਹੜੇ ਅਸੀਂ ਰੋਜ਼ ਪੜ੍ਹਦੇ ਤਾਂ ਰਹਿੰਦੇ ਹੈਗੇ ਆ, ਪਰ 5 ਸ਼ਬਦ ਕਿਹੜੇ ਹੈਗੇ ਆ? ਉਹ ਜਿਹੜੀ ਨਾ ਸਾਡੇ ਜਿੱਦਾਂ ਬਾਜੇ ਆਨੰਦ ਤੂਰੇ ਕਹਿੰਦੇ ਹੈਗੇ ਨਾ, ਤੂਰੇ ਮੈਨੇ ਤੂਤੀਆਂ, ਇਸ ਤਰ੍ਹਾਂ ਸਾਡੇ ਜਿਸ ਲਈ ਅਸੀਂ ਨਾ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਹੈਗੇ ਆ। ਤੇ ਉਹ ਸਾਡੇ ਜਿਹੜੇ 5 ਸ਼ਬਦ ਹੈਗੇ ਨਾ, ਮੈਂ ਤੁਹਾਨੂੰ ਪਿਛਲੀ ਵਾਰ ਦੱਸਦਾ ਸੀਗਾ ਕਿ ਜਿਸ ਲਈ ਸਾਨੂੰ ਅਸੀਂ ਪਰਮਾਤਮਾ ਦੇ ਨਾਲ ਰਲਣਾ ਹੁੰਦਾ ਨਾ, ਸਾਡੇ ਵਿੱਚ 2 ਗੱਲਾਂ ਹੁੰਦੀਆਂ ਹੈਗੀਆਂ। ਇੱਕ ਤਾਂ ਲਾਈਟ ਆਉਂਦੀ ਹੈਗੀ ਆ, ਜਿਸ ਤਰ੍ਹਾਂ ਤੁਹਾਨੂੰ ਕਹਿੰਦੇ ਜੇ ਇੱਕ ਜੰਗਲ ਤੋਂ ਬਾਹਰ ਜਾਣਾ ਹੋਵੇ ਤਾਂ ਫਿਰ ਸਾਨੂੰ 2 ਚੀਜ਼ਾਂ ਚਾਹੀਦੀਆਂ ਹੈਗੀਆਂ। ਇੱਕ ਤਾਂ ਸਾਨੂੰ ਲਾਈਟ ਚਾਹੀਦੀ ਹੁੰਦੀ ਆ, ਇੱਕ ਸਾਊਂਡ ਚਾਹੀਦੀ ਹੈਗੀ ਆ। ਤਾਂ ਇਸ ਤਰ੍ਹਾਂ ਜਿਸ ਵੇਲੇ ਅਸੀਂ ਉਸ ਪਰਮਾਤਮਾ ਦੇ ਨਾਲ ਵਾਹਿਗੁਰੂ ਦਾ ਮੰਤਰ ਜਾਪ ਕਰਦੇ ਹੈਗੇ ਆ, ਤਾਂ ਉਸ ਵੇਲੇ ਸਾਡੇ ਵਿੱਚ ਇੱਕ ਤਾਂ ਲਾਈਟ ਹੋਣੀ ਚਾਹੀਦੀ ਹੈ, ਬਹੁਤ ਹੀ ਜਾਨੀ ਲਾਈਟ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਆਉਂਦੀ ਹੈਗੀ ਆ। ਤੇ ਇੱਕ ਜਿਹੜੇ ਹੈਗੇ ਆ 5 ਸ਼ਬਦ, ਉਹਨਾਂ ਦੀ ਧੁਨ ਵੱਜਦੀ ਹੈਗੀ ਆ। ਤੇ ਉਸ ਲਈ ਫਿਰ ਸਾਡੇ ਇੱਥੋਂ ਜਿਹੜੇ ਹੈਗੇ ਆ, ਆਪਾਂ ਕਹਿੰਦੇ ਪੋਸਟੀਰੀਅਰ ਗਲੈਂਡ, ਉੱਤੋਂ ਫਿਰ ਸਾਡੇ ਰਸਾ ਆਉਣ ਲੱਗ ਪੈਂਦਾ ਹੈਗਾ। ਤੇ ਇਹ ਵੀ ਕਰਕੇ ਵੀ 5 ਸ਼ਬਦ ਜਿਹੜੇ ਹੈਗੇ ਨਾ, ਉਹ ਵੱਜਣ ਲੱਗ ਪੈਂਦੇ, ਮਹਾਰਾਜ ਨੇ ਸਾਨੂੰ ਕਿਹਾ ਹੈਗਾ। ਤੇ ਅੱਗੇ ਹੈਗੇ ਇਸ ਤੋਂ ਉਲਟ ਜਿਹੜਾ ਹੈਗਾ, ਉਹ ਹੈਗਾ 5 ਦੂਤ, ਜਿਹੜੇ ਕਿਹੜੇ ਹੈਗੇ ਆ, ਉਸ ਆਪੋਜ਼ਿਟ ਹੈਗੇ ਆ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀਗਾ ਵੀ ਮੈਂ ਸ਼ਬਦ ਤਾਂ ਨਹੀਂ ਹੁਣ ਚੇਤਾ, ਉਸ ਵੇਲੇ ਕਹਿੰਦੇ ਸੀ ਕਿ ਮੈਂ ਇੱਕ ਅਖਾੜੇ ਦੇ ਵਿੱਚ ਆ ਗਿਆ ਹੈਗਾ, ਤੇ ਮੈਂ ਇਕੱਲਾ ਹੀ ਛੋਟਾ ਜਿਹਾ ਮਤਲਬ ਪਤਲਾ ਜਿਹਾ ਬੰਦਾ ਹੈਗਾ ਵਿੱਚ, ਜਿਹੜੀ ਮੈਂ ਪਤਲਾ ਹੈਗਾ। ਤੇ ਜਿਹੜੇ 5 ਦੂਤ ਹੈਗੇ ਆ, ਉਹ ਬਹੁਤ ਭਾਰੇ ਹੈਗੇ ਆ, ਉਹ ਲਗੋਟੇ ਲਾ ਕੇ ਵੱਡੇ ਵੱਡੇ ਭਾਰੇ ਹੈਗੇ ਆ। ਪਰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ 5 ਦੂਤ ਕਿਹੜੇ ਹੈਗੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਮੈਂ ਉਹਨਾਂ 5 ਨੂੰ ਸਿੱਟ ਲਿਆ ਹੈਗਾ। ਕਿਸ ਤਰ੍ਹਾਂ ਸਿੱਟਿਆ? ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਨਾਂ 5 ਨੂੰ ਢਾਹ ਲਿਆ ਹੈਗਾ। 5 ਦੂਤ ਤਪਸ ਕੀਤੇ, ਕਾਲ ਕੰਟ ਕੁਮਾਰਿਆ। ਕਾਲ ਕੰਟ ਕੋ ਹੁੰਦਾ, ਕੰਟ ਕੀ ਹੁੰਦਾ ਹੈਗਾ? ਕੰਡਾ ਕੱਢਤਾ ਜਿਹਨੂੰ ਕਹਿੰਦੇ ਹੁੰਦੇ ਆ, ਉਸ ਜਿਹੜੇ ਕਾਲ ਦਾ, ਉਸ ਜਿਹੜੀ ਨਾ ਹੈਗੀ ਹੈ ਡਿਸਟਰਕਸ਼ਨ ਵਾਲੀ, ਸਾਡਾ ਜਿਹੜਾ ਮੌਤ ਹੈਗੀ ਆ, ਉਸ ਦਾ ਮੈਂ ਕੰਡਾ ਇਸ ਕਰਕੇ ਕੱਢਤਾ ਕਿਉਂਕਿ ਮੈਂ 5 ਨੂੰ ਥੱਲੇ ਢਾਹ ਲਿਆ ਹੈਗਾ। ਉਹਨਾਂ 5 ਉੱਤੇ ਮੇਰੇ ਉੱਤੇ ਕੋਈ ਅਸਰ ਨਹੀਂ ਕੀਤਾ ਹੈਗਾ। ਫਿਰ 5 ਗਿਆਨ ਇੰਦਰੀ ਹੁੰਦੇ ਹੈਗੇ ਆ, ਤੇ 5 ਧਰਮ ਇੰਦਰੀ ਹੁੰਦੇ ਹੈਗੇ ਆ। ਇਹ ਚੇਤੇ ਰੱਖਣਾ ਹੈਗਾ। ਇਸ ਤੋਂ ਉਲਟ ਸਾਨੂੰ, ਮੈਂ ਬਹੁਤਾ ਟਾਈਮ ਨਹੀਂ ਲਵਾਂਗਾ, ਮੈਂ ਥੋੜ੍ਹਾ ਜਿਹਾ ਕਹਿਣਾ ਹੈਗਾ ਵੀ ਇਸ ਤੋਂ ਉਲਟ ਜਿਹੜੇ ਹੈਗੇ ਆ, ਜਾਪ ਤਾਪ ਨੇਮ ਸੁਚ ਸੰਜਮ ਨਹੀਂ ਬਿਨ ਛੁਟਕਾਰਾ। ਜੇ ਜਾਪ ਨਾ ਕਰੀਏ, ਤਾਪ ਨਾ ਕਰੀਏ, ਨਿਤਨੇਮ ਨਾ ਕਰੀਏ, ਸੁੱਚ ਨਾ ਕਰੀਏ, ਸੰਜਮ ਨਾ ਕਰੀਏ, ਨਹੀਂ ਬਿਨ ਛੁਟਕਾਰਾ। ਇਸ ਵਾਸਤੇ ਸਾਧ ਸੰਗਤ ਜੀ, ਮੈਂ ਤੁਹਾਨੂੰ ਇੱਕ ਬਹੁਤ ਬੇਨਤੀ ਕਰਦਾ ਹੈਗਾ ਵੀ ਜੇ ਅੱਜ ਕੱਲ੍ਹ ਅਸੀਂ ਵਿਸਾਖੀ ਦੇ ਟਾਈਮ ਦੇ ਉੱਤੇ ਅਸੀਂ ਕੋਈ ਸਿੱਖਦੇ ਹੈਗੇ ਆ, ਤਾਂ ਇੱਕ ਸ਼ਬਦ ਸਿੱਖ ਲਓ ਤੇ ਇਹਦੇ ਉੱਤੇ ਅਸਰ ਕਰਨ ਦੀ ਕੋਸ਼ਿਸ਼ ਕਰਿਓ। ਉਹ ਹੈਗਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਉ ਨਾਨਕ ਹਮ ਨੀਚ ਕਰਮਾ,
ਸਣ ਪਰੇ ਕੀ ਰੱਖੋ ਸਰਮਾ। ਉਹ ਜਿਹੜੇ ਹੈਗੇ ਨਾ, ਜਪ ਵੀ ਕਰਨਾ ਹੈਗਾ, ਤਪ ਕਰਨਾ ਹੈਗਾ, ਸੰਜਮ ਰੱਖਣਾ ਹੈਗਾ, ਧਰਮ ਕਰਨਾ ਹੈਗਾ, ਤੇ ਸੇਵਾ ਵੀ ਕਰਨੀ ਆ, ਤੇ ਸਾਧਨਾ ਕਰਨੀ ਹੈਗੀ ਆ। ਜੇ ਸਭ ਤੋਂ ਵੱਡੀ ਮੈਂ ਇਸ ਵਾਸਤੇ ਕਹਿੰਦਾ ਹੈਗਾ ਕਿ ਸਭ ਤੋਂ ਵੱਡੇ ਇਸ ਵੇਲੇ ਤੁਸੀਂ ਨਾ ਇਹ ਚੇਤੇ ਰੱਖਿਓ ਕਿ ਤੁਸੀਂ ਉਹ ਵਾਹਿਗੁਰੂ ਦਾ ਨਾਮ ਜਪਿਆ ਕਰਨਾ ਹੈਗਾ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹੈਗਾ, ਤੇ ਫਿਰ ਕਦੇ ਟਾਈਮ ਲੱਗਾ ਤਾਂ ਫਿਰ ਤੁਹਾਡੇ ਨਾਲ ਸਾਂਝ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ 13 ਅਪ੍ਰੈਲ 1699 ਨੂੰ ਖਾਲਸਾ ਪ੍ਰਗਟ ਹੋਇਆ। ਖਾਲਸੇ ਦਾ ਜਨਮ ਨਹੀਂ ਹੋਇਆ, ਖਾਲਸਾ ਪ੍ਰਗਟ ਹੋਇਆ। ਖਾਲਸਾ ਪਹਿਲਾਂ ਹੀ ਸੀ, ਉੱਥੇ ਤਾਕਤ ਸੀ, ਸਿੰਘਾਂ 'ਚ ਤਾਕਤ ਸੀ, ਸਿੱਖਾਂ 'ਚ ਤਾਕਤ ਸੀ ਬਾਣੀ ਦੀ। ਪਰ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਤਾਕਤ ਨੂੰ ਇੱਕ ਲੜੀ 'ਚ ਪਰੋਤਾ। ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਮੋਹਰ ਲਾਤੀ ਕਿ ਮੇਰਾ ਖਾਲਸਾ ਇਹ ਚੀਜ਼ਾਂ ਕਰਨੀਆਂ ਨੇ ਤੇ ਇਹ ਚੀਜ਼ਾਂ ਨਹੀਂ ਕਰਨੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਪਲੇਟਫਾਰਮ 'ਤੇ ਖੜਾ ਕਰਤਾ ਸਾਰਿਆਂ ਨੂੰ। ਠੀਕ ਹੈ ਜੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਦਿੱਲੀ ਵਿੱਚ, ਭਾਈ ਜੈਤਾ ਜੀ ਸੀਸ ਲੈਣ ਗਏ ਦਿੱਲੀ। ਉੱਥੇ ਜਦੋਂ ਗਏ ਤੇ ਉਹ ਸੀਸ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਬਹੁਤ ਮੁਸ਼ਕਲਾਂ ਝੇਲ ਕੇ ਆਨੰਦਪੁਰ ਸਾਹਿਬ ਵਾਪਸ ਆਏ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ, ਉਦੋਂ ਗੁਰੂ ਹਰ ਰਾਏ ਸੀ ਉਹਨਾਂ ਦਾ ਨਾਂ, ਕਿਉਂਕਿ 9 ਸਾਲ ਦੀ ਉਮਰ ਸੀ, ਗੁਰਗੱਦੀ ਨਹੀਂ ਸੀ ਮਿਲੀ ਉਸ ਟਾਈਮ। ਤੇ ਵਾਹਿਗੁਰੂ ਗੁਰੂ ਗੋਬਿੰਦ ਰਾਏ ਜੀ ਸੀ ਉਸ ਟਾਈਮ ਨਾਲ, ਕਿਉਂਕਿ ਉਸ ਟਾਈਮ ਉਦੋਂ ਅੰਮ੍ਰਿਤ ਨਹੀਂ ਸੀ ਤਿਆਰ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਸੀ ਬਣੇ। ਉਦੋਂ ਗੁਰੂ ਗੋਬਿੰਦ ਰਾਏ ਜੀ ਨੇ ਪੁੱਛਿਆ ਕਿ ਹਾਂ ਵੀ ਜੱਟਿਆ ਤੂੰ ਆ ਗਿਆ ਹੈ, ਅੱਛਾ ਇੱਦਾਂ ਦੱਸ ਤੂੰ ਸੀਸ ਲੈ ਕੇ ਆਇਆ ਦਿੱਲੀ ਤੋਂ, ਤੈਨੂੰ ਮੁਸ਼ਕਲਾਂ ਤੇ ਨਹੀਂ ਆਈਆਂ? ਤੇਰੀ ਕਿੰਨੀ ਕੁ ਮੁਸ਼ਕਲਾਂ ਤੈਨੂੰ ਆਈਆਂ? ਤੇ ਉੱਥੇ ਦਿੱਲੀ 'ਚ ਕੋਈ ਸਿੱਖ ਸੀ, ਕੋਈ ਸਿੰਘ ਸੀ ਜਿਹਨੇ ਤੇਰੀ ਮਦਦ ਕੀਤੀ, ਜਿਹਨੇ ਤੇਰੀ ਹੈਲਪ ਕੀਤੀ ਉੱਥੇ ਸੀ? ਤੇ ਭਾਈ ਜੈਤੇ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥ ਜੋੜ ਕੇ, ਕਹਿੰਦਾ ਮਹਾਰਾਜ, ਕਹਿੰਦਾ ਉੱਥੇ ਕਿਹੜਾ ਪਤਾ ਲੱਗਦਾ ਸੀ ਕਿ ਵੀ ਕੌਣ ਸਿੱਖ ਹੈ ਤੇ ਕੌਣ ਹਿੰਦੂ ਹੈ ਤੇ ਕੌਣ ਮੁਸਲਮਾਨ ਹੈ? ਉੱਥੇ ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿ ਕੌਣ ਆਪਣਾ ਹੈ ਤੇ ਕੌਣ ਬਗਾਨਾ ਹੈ। 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ, ਕਹਿੰਦਾ ਜੈਤਿਆ, ਕਹਿੰਦਾ ਇੱਦਾਂ ਦਾ ਸਮਾਂ ਆਏਗਾ, ਕਹਿੰਦਾ ਮੈਂ ਇੱਦਾਂ ਦਾ ਖਾਲਸਾ ਬਣਾਵਾਂਗਾ, ਕਹਿੰਦਾ ਜਿਹੜਾ ਸਾਰੀ ਦੁਨੀਆ 'ਚ, ਕਹਿੰਦਾ ਜਦੋਂ ਪਤਾ ਲੱਗੇਗਾ ਕਿ ਮੇਰਾ ਖਾਲਸਾ ਤੁਰਿਆ ਜਾਂਦਾ ਹੈ। ਵੇਖੋ ਫਿਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ 'ਚ ਕਿਹਾ ਕਿ ਮੈਂ ਇੱਦਾਂ ਦਾ ਖਾਲਸਾ ਬਣਾਵਾਂਗਾ ਕਿ ਜਿਹੜਾ ਸਾਰੀ ਦੁਨੀਆ 'ਚ ਵੱਖਰਾ ਪਤਾ ਲੱਗੇਗਾ ਕਿ ਖਾਲਸਾ, ਇਹ ਹੈ ਸਿੰਘ ਖਾਲਸਾ। ਆਪਾਂ ਇੱਥੇ ਬੈਠੇ ਹਾਂ ਬਾਹਰਲੇ ਦੇਸ਼ਾਂ ਵਿੱਚ, ਹੋਰ ਜਿੰਨੀ ਵੀ ਕੰਟਰੀਆਂ ਨੇ ਦੁਨੀਆ ਦੀਆਂ, ਜਿੱਥੇ ਮਰਜ਼ੀ ਗੁਰੂ ਦਾ ਸਿੰਘ ਚਲਿਆ ਜੇ, ਦਸਤਾਰ ਸਜਾਈ ਹੋਏ ਤੇ ਦਾੜਾ ਪ੍ਰਕਾਸ਼ ਹੋਏ, ਪਤਾ ਲੱਗ ਜਾਂਦਾ ਕਿ ਇਹ ਗੁਰੂ ਦਾ ਸਿੰਘ ਹੈ, ਇਹ ਹੈ ਖਾਲਸਾ। ਆਪਾਂ ਇੱਥੇ ਕੰਮਾਂ ਤੇ ਜਾਂਦੇ ਹੁੰਦੇ ਹਾਂ, ਕੰਮ ਵਾਲਿਆਂ ਨੂੰ, ਗੋਰਿਆਂ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਇਹ ਖਾਲਸਾ ਹੈ, ਇਹ ਸਿੰਘ ਹੈ। ਉਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਦੀ ਇੰਨੀ ਵੈਲਿਊਜ਼ ਨਹੀਂ, ਇਹਨਾਂ ਦਾ ਜੀਵਨ, ਇਹਨਾਂ ਦਾ ਕਰੈਕਟਰ ਇੰਨਾ ਉੱਚਾ ਸੁੱਚਾ ਹੈ। ਉਹ ਗੁਰੂ ਗੋਬਿੰਦ ਸਿੰਘ ਨੇ ਜੋ ਉਦੋਂ ਕਿਹਾ ਉਹ ਅੱਜ ਹੋ ਰਿਹਾ। ਠੀਕ ਹੈ ਜੀ। ਖਾਲਸਾ ਕੌਣ ਹੁੰਦਾ? ਖਾਲਸਾ ਕਿਹਨੂੰ ਕਹਿੰਦੇ ਆ? ਕਿ ਔਰੰਗਜ਼ੇਬ ਦੇ ਜ਼ਮਾਨੇ ਵਿੱਚ ਜਿਹੜੀ ਜ਼ਮੀਨ ਹੁੰਦੀ ਸੀ ਨਾ, ਜ਼ਮੀਨ, ਚਲੋ ਜਿਹਨਾਂ ਨੂੰ ਪਤਾ ਹੋਏ, ਜਿਹੜੀ ਜ਼ਮੀਨ ਦਾ ਰਿਲੇਸ਼ਨ ਸਿੱਧਾ ਬਾਦਸ਼ਾਹ ਨਾ ਹੋਏ, ਉਹਨੂੰ ਕਹਿੰਦੇ ਸੀ ਖਾਲਸਾ ਜ਼ਮੀਨ। ਇਹਦਾ ਭਾਵ ਇਹ ਹੈ ਕਿ ਜਿਹੜੀ ਜ਼ਮੀਨ ਸਿੱਧਾ ਉਹਦਾ ਕੋਈ ਮਾਲਕ ਨਹੀਂ, ਉਹਦਾ ਮਾਲਕ ਹੈ ਸਿਰਫ ਬਾਦਸ਼ਾਹ। ਜਿਵੇਂ ਮੰਨ ਲਓ ਕੋਈ ਇੱਥੇ ਆਪਾਂ ਕੋਈ ਕੌਂਸਲ ਦਾ ਆਫਿਸ ਹੋਏ, ਆਪਾਂ ਕੋਲ ਜਿਹੜੀ ਸਰਕਾਰੀ ਜਗ੍ਹਾ ਹੋਏ, ਕੋਈ ਸਰਕਾਰੀ ਬਿਲਡਿੰਗ ਹੋਏ, ਉਹਦਾ ਕੋਈ ਮਾਲਕ, ਉਹ ਇੰਡੀਵਿਜੂਅਲ ਓਨਰਸ਼ਿਪ ਨਹੀਂ ਹੈਗੀ ਉਹਦੀ ਕੋਈ। ਉਹਦੀ ਜਿਹੜੀ ਓਨਰਸ਼ਿਪ ਹੈ ਉਸ ਜਾ ਕੇ ਸਿੱਧੀ ਗੌਰਮੈਂਟ ਦੀ ਹੁੰਦੀ ਹੈ, ਸਰਕਾਰ ਦੀ ਹੁੰਦੀ ਹੈ। ਇੱਦਾਂ ਹੀ ਖਾਲਸਾ ਹੈ ਜਿਹੜਾ, ਖਾਲਸੇ ਦਾ ਸੰਬੰਧ ਸਿੱਧਾ ਅਕਾਲ ਪੁਰਖ ਮਹਾਰਾਜ ਨਾਲ ਹੈ। ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਥਰੂ ਹੋ ਕੇ, ਆਪਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ। ਆਪਾਂ ਕਿਸੇ ਹੋਰ ਨਾਲ ਨਹੀਂ ਜੁੜਨਾ, ਕਿਸੇ ਧਾਗਿਆਂ ਨਾਲ, ਤਵੀਤਾਂ ਨਾਲ, ਜਾਂ ਕਿਸੇ ਵਹਿਮਾਂ ਭਰਮਾਂ ਨਾਲ ਨਹੀਂ ਜੁੜਨਾ ਕਿ ਇੱਦਾਂ ਕਰਕੇ ਕੁਛ ਹੋ ਜਾਏਗਾ ਜਾਂ ਉਹ ਕਰਕੇ ਕੁਛ ਹੋ ਜਾਏਗਾ। ਆਪਾਂ ਸਿੱਧਾ ਅਕਾਲ ਪੁਰਖ ਮਹਾਰਾਜ ਨਾਲ ਜੁੜਨਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇੱਥੇ ਵੀ ਕਿਹਾ ਕਿ ਤੁਸੀਂ ਮੈਨੂੰ ਨਾ ਰੱਬ ਕਹੋ, ਮੈਂ ਤੇ ਆਪ ਵਾਹਿਗੁਰੂ ਦਾ ਭੇਜਿਆ ਹੋਇਆ, ਅਕਾਲ ਪੁਰਖ ਮਹਾਰਾਜ ਨੇ ਮੈਨੂੰ ਭੇਜਿਆ ਇਸ ਦੁਨੀਆ 'ਚ, ਤੇ ਮੈਂ ਉਹਨਾਂ ਦੇ ਹੁਕਮ ਅਨੁਸਾਰ ਇੱਥੇ ਆਇਆ, ਤੇ ਮੈਂ ਤਾਂ ਖਾਲਸਾ ਤੁਹਾਨੂੰ ਸਿੱਧਾ ਅਕਾਲ ਪੁਰਖ ਮਹਾਰਾਜ ਨਾਲ ਜੋੜਿਆ ਹੈ। ਹਾਂਜੀ। ਤੇ ਉਹਨਾਂ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕੀ ਵਾਹਿਗੁਰੂ ਨੇ ਕਿਹਾ। ਵੇਖੋ ਦੁਸ਼ਟ ਦਮਨ ਸਨ, ਉਹਨਾਂ ਦਾ ਨਾਂ ਸੀ ਦੁਸ਼ਟ ਦਮਨ। ਗੁਰੂ ਗੋਬਿੰਦ ਸਿੰਘ ਜੀ ਦਾ ਪਿਛਲੇ ਜਨਮ ਵਿੱਚ ਜਦੋਂ ਉਹਨਾਂ ਨੇ ਹੇਮਕੁੰਟ ਸਾਹਿਬ ਬਹਿ ਕੇ ਤਪੱਸਿਆ ਕੀਤੀ, ਉਦੋਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਕੋਲ ਆਏ, ਉਹਨਾਂ ਨੂੰ ਕਿਹਾ ਕਿ
ਹੁਣ ਸਮਾਂ ਆ ਗਿਆ, ਲੋਕਾਂ 'ਚ ਬਹੁਤ ਵਹਿਮ ਭਰਮ ਬੜਾ ਕੁਝ ਹੋ ਗਿਆ, ਬੜਾ ਕੁਝ ਵੱਧ ਗਿਆ ਕਿ ਹੁਣ ਤੁਸੀਂ ਜਾਓ ਦੁਨੀਆ ਤੇ, ਉੱਥੇ ਜਾ ਕੇ ਤੁਸੀਂ ਅਕਾਲ ਪੁਰਖ ਮਹਾਰਾਜ ਦਾ ਸੰਦੇਸ਼ ਮੈਸੇਜ ਦਿਓ ਸੰਗਤਾਂ ਨੂੰ, ਉੱਥੇ ਦੱਸੋ ਕਿ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ। ਕਿਉਂਕਿ ਕੀ ਹੋਇਆ ਸੀ ਹੁਣ ਇੰਡੀਆ 'ਚ, ਕੀ ਹੋਇਆ ਸੀ ਜਾਂ ਦੁਨੀਆ 'ਚ ਲੋਕ ਕੀ ਜਦੋਂ ਕਿਸੇ ਨੂੰ ਕੋਈ ਗਿਆਨ ਹੁੰਦਾ ਮਾੜਾ ਮੋਟਾ, ਉਹ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਨੇ। ਉਹ ਕਹਿੰਦੇ ਉਹ ਆਪ ਹੀ ਰੱਬ ਬਣ ਜਾਂਦੇ ਨੇ। ਉਹ ਕਹਿੰਦੇ ਅਸੀਂ ਰੱਬ ਹਾਂ। ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਲੈ ਕੇ ਆਪ ਰੱਬ ਬਣ ਜਾਂਦੇ ਹੁੰਦੇ ਨੇ। ਉਹ ਕਹਿੰਦੇ ਅਸੀਂ ਰੱਬ। ਉਹੀ ਕੁਝ ਹੋਇਆ ਸੀ। ਪੰਡਤਾਂ ਨੇ ਕੀ ਕੀਤਾ? ਪੰਡਤਾਂ ਨੇ ਲੋਕਾਂ ਨੂੰ ਵਹਿਮਾਂ 'ਚ ਪਾਤਾ। ਉਹਨਾਂ ਨੇ ਕਿਹਾ ਕਿ ਇਹ ਵੱਡੇ ਨੇ, ਇਹ ਛੋਟੇ ਨੇ, ਇਹ ਇੱਦਾਂ ਨੇ ਉੱਦਾਂ ਨੇ। ਉਹਨਾਂ ਨੇ ਆਪਣੇ ਨਾਲ ਜੋੜਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਏ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਸਾਰਾ ਕੁਝ। ਗੁਰੂ ਨਾਨਕ ਦੇਵ ਜੀ ਤੋਂ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਪੱਕਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ। ਖਾਲਸਾ ਪੰਥ, ਖਾਲਸੇ ਦੀ ਨੀਹਾਂ ਪੱਕੀ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਾਲਾਂ ਦਾ ਖੂਨ ਪਾ ਕੇ, ਆਪਣੇ ਲਾਲਾਂ ਦੀ ਹੱਡੀਆਂ ਪਾ ਕੇ ਖਾਲਸੇ ਪੰਥ ਨੂੰ ਮਜ਼ਬੂਤ ਕੀਤਾ। ਹਾਂਜੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੰਗਾਣੀ ਦਾ ਯੁੱਧ ਜਿੱਤ ਕੇ ਆਨੰਦਪੁਰ ਸਾਹਿਬ ਆਏ, ਠੀਕ ਹੈ ਜੀ, ਉੱਥੇ ਆਏ ਤੇ ਉਹ ਜਦੋਂ ਉੱਥੇ ਪਹਾੜੀਆਂ 'ਚ ਗਏ, ਆਨੰਦਪੁਰ ਸਾਹਿਬ ਤੋਂ ਉੱਤੇ ਪਹਾੜੀਆਂ, ਉੱਥੇ ਦੇਵੀ ਦਾ ਵਾਸਾ ਹੁੰਦਾ ਸੀ। ਹਜੇ ਵੀ ਹੈ, ਲੋਕ ਹਜੇ ਵੀ ਜਾਂਦੇ ਨੇ, ਕਹਿੰਦੇ ਨੈਣਾ ਦੇਵੀ ਕਹਿੰਦੇ ਨੇ। ਕਈ ਤੇ ਇੱਥੇ ਤੱਕ ਕਹਿੰਦੇ ਨੇ, ਕਹਿੰਦੇ ਕਿ ਆਨੰਦਪੁਰ ਜਾ ਕੇ ਕਹਿੰਦੇ ਉਹਨਾਂ ਦੀ ਯਾਤਰਾ ਹੀ ਨਹੀਂ ਸਫਲ ਹੁੰਦੀ ਜਿਹੜੇ ਨੈਣਾ ਦੇਵੀ ਨਾ ਜਾਣ। ਗੁਰਮੁਖੋ ਇਹ ਮਨਮਤ ਹੈ, ਆਪਾਂ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਆਪਣਾ ਕੋਈ ਵੀ ਨਹੀਂ। ਅੱਛਾ, ਕੀ ਹੋਇਆ ਵੇਖੋ, ਪੰਡਤ ਆਏ। ਪੰਡਤ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ, ਹਾਂਜੀ ਤੁਸੀਂ ਯੁੱਧ ਜਿਹੜੇ ਜਿੱਤ ਕੇ ਆਏ ਹੋ ਨਾ, ਪਤਾ ਤੁਸੀਂ ਕਿਉਂ ਜਿੱਤ ਕੇ ਆਏ ਹੋ? ਉਹ ਕਹਿੰਦੇ ਹਾਂਜੀ ਕਿਉਂ ਜਿੱਤ ਕੇ ਆਏ ਆ? ਕਹਿੰਦੇ ਦੇਵੀ ਨੇ, ਜਿਹੜੀ ਦੇਵੀ, ਕਹਿੰਦੇ ਦੇਵੀ ਨੇ ਜਿਤਾਏ ਨੇ ਤੁਹਾਨੂੰ ਸਾਰੇ ਯੁੱਧ। ਪੁੱਛੋ, ਕਹਿੰਦੇ ਦੇਵੀ ਨੇ ਜਿਤਾਏ ਨੇ? ਕਹਿੰਦਾ ਠੀਕ ਹੈ ਜੀ। ਅੱਛਾ, ਕਹਿੰਦੇ ਸਰ ਦੇਵੀ ਹੈ ਕਿੱਥੇ? ਵਿਖਾਓ ਮੈਨੂੰ ਦੇਵੀ ਕਿੱਥੇ ਤੁਹਾਡੀ, ਹੈ ਨਾ। ਉਹ ਕਹਿੰਦੇ ਜੀ ਦੇਵੀ ਪ੍ਰਗਟ ਅਸੀਂ ਕਰ ਦਿੰਦੇ ਹਾਂ, ਦੇਵੀ ਤੁਹਾਡੀ ਆ ਜਾਣੀ ਸਾਹਮਣੇ। ਕਹਿੰਦਾ ਪਰ ਉਹਦੇ ਲਈ ਕੁਝ ਕਰਨਾ ਪੈਣਾ, ਉਹਦੇ ਲਈ ਯੱਗ ਕਰਨੇ ਪੈਣੇ ਨੇ। ਉਹ ਕਹਿੰਦੇ ਠੀਕ ਹੈ। ਵੇਖੋ ਗੁਰੂ ਗੋਬਿੰਦ ਸਿੰਘ ਜੀ ਆਪ ਜਾਣੀ ਜਾਣ ਸੀ, ਉਹਨਾਂ ਨੂੰ ਸਾਰਾ ਕੁਝ ਪਤਾ ਸੀ, ਬਸ ਉਹਨਾਂ ਨੇ ਵਹਿਮ ਤੋੜਨਾ ਸੀ ਸਾਡਾ ਕਿ ਕੀ ਹੋ ਰਿਹਾ। ਉਹਨਾਂ ਨੇ ਕਿਹਾ ਚਲੋ ਠੀਕ ਹੈ, ਤੁਸੀਂ ਯੱਗ ਕਰੋ, ਤੁਸੀਂ ਹਵਨ ਕਰੋ, ਜਿਹੜੇ ਹਿੰਦੂ ਕਰਦੇ ਨੇ। ਉਹਨਾਂ ਨੇ ਹਵਨ ਕੀਤਾ, ਉੱਥੇ ਸਮੱਗਰੀ ਪਾਈ, ਸਾਰਾ ਕੁਝ ਕੀਤਾ ਉਹਨਾਂ ਜਿਵੇਂ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਕਿ ਕੀ ਹੋਣਾ ਕੀ ਨਹੀਂ ਹੋਣਾ। ਕਈ ਦਿਨ ਉਹ ਯੱਗ ਚੱਲਿਆ, ਫਿਰ ਕਈ ਦਿਨ ਉਹ ਯੱਗ ਚੱਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਪੁੱਛਿਆ, ਕਹਿੰਦੇ ਹਾਂ ਵੀ ਦੱਸੋ ਜੀ ਹੋ ਗਈ ਦੇਵੀ ਪ੍ਰਗਟ? ਫਿਰ ਉਹ ਕਹਿੰਦੇ ਹਜੇ ਨਹੀਂ ਹੋਈ। ਕਹਿੰਦੇ ਕੀ ਹੋਇਆ, ਕਿਉਂ ਨਹੀਂ ਹੋਈ ਫਿਰ ਦੇਵੀ ਪ੍ਰਗਟ? ਉਹ ਕਹਿੰਦੇ ਕਿਸੇ ਨਾ ਸੁੱਚੇ ਬੰਦੇ ਦੀ, ਕੋਈ ਬਹੁਤ ਉੱਚਾ ਬੰਦਾ ਹੋਏ, ਉੱਚਾ ਸੁੱਚਾ ਜੱਟ ਸੱਚ 'ਚ ਕਾਇਮ ਹੋਏ ਜਿਹੜਾ ਬੰਦਾ, ਉਹਦੀ ਬਲੀ ਦੀ ਲੋੜ ਹੈ ਤਾਂ ਜਾ ਕੇ ਦੇਵੀ ਪ੍ਰਗਟ ਹੋਏਗੀ। ਠੀਕ ਹੈ। ਅੱਛਾ, ਗੁਰੂ ਗੋਬਿੰਦ ਸਿੰਘ ਜੀ ਸਮਝ ਗਏ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੰਡਿਤ ਜੀ, ਕਹਿੰਦੇ ਤੁਹਾਡੇ ਤੋਂ ਉੱਚਾ ਸੁੱਚਾ ਬੰਦਾ ਕੌਣ ਹੋ ਸਕਦਾ ਹੈ? ਤੁਸੀਂ ਇੱਦਾਂ ਕਰੋ, ਤੁਸੀਂ ਨਾਲੇ ਪਾਠ ਕਰਨੇ ਹੋ ਤਾਂ ਇੰਨਾ ਤੁਸੀਂ ਰੱਬ ਨੂੰ ਮੰਨਦੇ ਹੋ, ਨਾਲੇ ਉੱਚੀ ਕੁੱਲ ਵਿੱਚ ਤੁਹਾਡਾ ਜਨਮ ਹੋਇਆ ਹੈ, ਤੁਸੀਂ ਪਵਿੱਤਰ ਹੋ, ਤੁਸੀਂ ਦਿਓ ਬਲੀ। ਫਿਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਅਭੀ ਆਪਣਾ ਗੁਰੂ ਦਾ ਸਿੱਖ ਸਰੀਰ ਵੀ ਤਗੜਾ, ਦਿਮਾਗ ਵੀ ਤਗੜਾ, ਦਿਲ ਵੀ ਤਗੜਾ। ਕਿੰਨਾ ਤਗੜਾ ਦਿਮਾਗ ਸੀ ਗੁਰੂ ਗੋਬਿੰਦ ਸਿੰਘ ਦਾ ਉਸ ਟਾਈਮ। ਉਸੇ ਟਾਈਮ ਗੁਰੂ ਗੋਬਿੰਦ ਸਿੰਘ ਨੇ ਉਹਨੇ ਜੋ ਟ੍ਰਿਕ ਕੀਤਾ, ਉਹਦੇ ਪੰਡਤ ਨੇ ਉਸੇ ਟਾਈਮ ਉਹ ਸਮਝ ਗਏ। ਉਹਨਾਂ ਨੇ ਕਿਹਾ ਠੀਕ ਹੈ ਪੰਡਤ ਜੀ, ਤੁਸੀਂ ਦਿਓ ਫਿਰ ਬਲੀ, ਤੁਸੀਂ ਉਹ ਪਵਿੱਤਰ ਸਭ ਤੋਂ, ਦਿਓ ਫਿਰ ਬਲੀ। ਪੰਡਤ ਕਹਿੰਦਾ ਠੀਕ ਹੈ, ਮੈਂ ਉਹਨਾਂ ਇਸ਼ਨਾਨ ਕਰਕੇ ਆਉਣਾ, ਮੈਂ ਸਵੇਰ ਦਾ ਟਾਈਮ ਸੀ। ਉਹ ਪੰਡਤ ਉਦੋਂ ਦਾ ਇਸ਼ਨਾਨ ਕਰਨ ਗਿਆ, ਅੱਜ ਤੱਕ ਮੁੜ ਕੇ ਆਇਆ ਹੀ ਨਹੀਂ। ਉਹ ਪੰਡਤ ਭੱਜ ਗਿਆ, ਆਇਆ ਹੀ ਨਹੀਂ ਮੁੜ ਕੇ ਪੰਡਤ। ਠੀਕ ਹੈ ਜੀ। ਅੱਛਾ ਦੇਖੋ, ਫਿਰ ਇਹ ਸਾਡਾ ਵਹਿਮ ਤੋੜਨੀ ਗੁਰੂ ਗੋਬਿੰਦ ਸਿੰਘ ਨੇ ਕੀਤਾ। ਫਿਰ ਉੱਥੇ ਯੱਗ ਕੋਲ ਗਏ ਗੁਰੂ ਗੋਬਿੰਦ ਸਿੰਘ ਜੀ, ਇੱਥੇ ਅੱਗ ਬਲਦੀ ਸੀ, ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸ੍ਰੀ ਸਾਹਿਬ ਇੱਦਾਂ ਕਰਕੇ ਬਾਹਰ ਕੱਢੀ, ਇੱਦਾਂ ਲਿਸ਼ਕਾਤੀ ਉੱਤੇ ਪੂਰਾ, ਇੱਦਾਂ ਆਸਮਾਨ 'ਚ ਕਹਿੰਦੇ ਬਿਜਲੀ ਗੜਕੀ ਉਸ ਟਾਈਮ ਤੇ। ਗੁਰੂ ਗੋਬਿੰਦ ਸਿੰਘ ਨੇ ਕਿਹਾ, ਕਹਿੰਦੇ ਦੇਵੀ ਤਲਵਾਰ ਹੈ, ਸਤਿਗੁਰ ਨੇ ਹੁਕਮ ਸੁਣਾਇਆ। ਕਹਿੰਦੇ ਇਹ ਦੇਵੀ ਹੈ, ਦੇਵੀ ਨਹੀਂ ਹੈ ਕੋਈ, ਇਹ ਦੇਵੀ ਹੈ, ਇਹ ਸਾਡੀ ਸ੍ਰੀ ਸਾਹਿਬ ਸਾਡੀ ਦੇਵੀ ਹੈ, ਇਹ ਸਾਡਾ ਸਾਰਾ ਕੁਝ ਇਹ ਹੈ, ਦੇਵੀ ਹੈ। ਅਸੀਂ ਕਿਸੇ ਦੇਵੀ ਨੂੰ ਨਹੀਂ ਮੰਨਦੇ। ਗੁਰੂ ਦਾ ਸਿੱਖ ਮਿਹਨਤੀ ਹੁੰਦਾ ਹੈ। ਅਸੀਂ ਮਿਹਨਤ ਕਰਾਂਗੇ ਤੇ ਅਸੀਂ ਪਾਸ ਹੋਵਾਂਗੇ। ਜੇ ਅਸੀਂ ਮਿਹਨਤ ਨਹੀਂ ਕਰਾਂਗੇ, ਅਸੀਂ ਕਹਾਂਗੇ ਕਿ ਵਾਹਿਗੁਰੂ ਪਾਸ ਕਰਾ ਦੇ। ਆਪਾਂ ਮਿਹਨਤ ਕਰਨੀ ਨਹੀਂ ਤੇ ਆਪਾਂ ਪਾਸ ਹੋ ਹੀ ਨਹੀਂ ਸਕਦੇ। ਸਤਿਗੁਰੂ ਕਹਿੰਦੇ ਨੇ ਤੈਨੂੰ ਮਿਹਨਤ ਕਰਨੀ ਪੈਣੀ ਹੈ, ਤੂੰ ਤਾਂ ਪਾਸ ਹੋਏਗਾ। ਆਪਾਂ ਕੋਈ ਵੀ ਕੰਮ ਕਰਨੇ ਆ, ਆਪਾਂ ਨੂੰ ਉਹਦੇ ਲਈ ਮਿਹਨਤ ਕਰਨੀ ਪਏਗੀ। ਸਤਿਗੁਰੂ ਨੇ ਸਾਡੇ ਇਸ ਚੀਜ਼ ਲਈ ਜੋੜਿਆ। ਇਹ ਇੱਦਾਂ ਨਹੀਂ ਕਿ ਤੂੰ ਕਰਮ ਕਾਂਡਾਂ 'ਚ ਪੈ ਜਾ, ਜਾਂ ਧਾਗੇ ਬੰਨ੍ਹ ਲੈ ਆਪਣੇ ਹੱਥਾਂ ਤੇ, ਜਾਂ ਹੋਰ ਕਰਨ ਲੱਗ ਜਾ ਤੇ ਕਹਿ ਕਿ ਤੂੰ ਮਿਹਨਤ ਨਾ ਕਰੇ, ਕਿ ਤੂੰ ਇੱਦਾਂ ਹੀ ਤੂੰ ਕੁਛ ਬਣ ਜਾਏਗਾ। ਸਤਿਗੁਰੂ ਨੇ ਸਾਨੂੰ ਉੱਥੇ ਦੱਸਿਆ, ਕਹਿੰਦਾ ਦੇਵੀ ਤਲਵਾਰ ਦਾ ਮਤਲਬ ਇਹ ਹੈ ਕਿ
ਤੇਰਾ ਮਿਹਨਤ ਹੈ, ਤੂੰ ਮਿਹਨਤੀ ਬਣ, ਸਾਰਾ ਕੁਝ ਤੇਰੇ ਪਿੱਛੇ ਪਿੱਛੇ। ਅੱਛਾ, ਦੂਜਾ ਸਤਿਗੁਰੂ ਸਾਡੇ ਸਤਿਗੁਰੂ ਨੇ ਦੱਸਿਆ ਕਿ ਇੱਕ ਅਕਾਲ ਪੁਰਖ ਮਹਾਰਾਜ ਤੋਂ ਬਗੈਰ ਹੋਰ ਕੋਈ ਨਹੀਂ, ਸਾਰੇ ਆਪਣੀ ਆਪਣੀ ਜਗ੍ਹਾ ਸਹੀ ਨੇ, ਦੇਵੀ ਦੇਵਤੇ ਪੀਰ ਪੈਗੰਬਰ ਸਾਰੇ ਠੀਕ ਨੇ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ। ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਨਹੀਂ ਕਿਧਰੇ ਜਾਣਾ। ਠੀਕ ਹੈ ਜੀ। ਜਿੱਦਣ ਵਿਸਾਖੀ ਦਾ ਦਿਨ ਆਇਆ, ਗੁਰੂ ਗੋਬਿੰਦ ਸਿੰਘ ਜੀ ਨੇ ਟੈਂਟ ਸਜਾਇਆ, ਕਹਿੰਦੇ 80,000 ਪ੍ਰਾਣੀ ਉੱਥੇ ਆਏ ਜਿੱਦਣ ਵਿਸਾਖੀ ਦਾ ਸਮਾਗਮ ਸਹੀ। ਅੱਛਾ, ਇਸ ਤੋਂ ਪਹਿਲਾਂ ਇਹ ਹੈ ਕਿ 13 ਅਪ੍ਰੈਲ ਨੂੰ ਕੀ 13 ਅਪ੍ਰੈਲ ਨੂੰ ਵਾਲਾ ਦਿਨ ਵੀ ਉਹ ਦਿਨ ਸੀ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਪ੍ਰਗਟ ਹੋਇਆ। 13 ਅਪ੍ਰੈਲ 1978 ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਤੇ ਇਹ ਵੀ ਉਹ ਦਿਨ ਸੀ ਜਦੋਂ ਧਰਮ ਯੁੱਧ ਮੋਰਚਾ ਹੋਇਆ, ਜਿੱਦਣ 13 ਸਿੰਘ ਸ਼ਹੀਦ ਹੋਏ ਨਿਰੰਕਾਰੀਆਂ ਦੇ ਕਾਂਡ ਵਿੱਚ। ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਉਹ ਵੀ 13 ਅਪ੍ਰੈਲ ਨੂੰ ਹੀ ਸੀ। 13 ਅਪ੍ਰੈਲ ਨੂੰ ਜਲਿਆਂਵਾਲੇ ਬਾਗ, ਉੱਥੇ ਵੀ ਜਿਹੜਾ ਜਨਰਲ ਡਾਇਰ ਨੇ ਅਟੈਕ ਕੀਤਾ ਸੀ, ਕਿੰਨੇ ਉੱਥੇ ਸ਼ਹੀਦ ਹੋਏ ਸਨ, ਕਿੰਨੇ ਬੰਦੇ ਉੱਥੇ ਸ਼ਹੀਦ ਹੋਏ ਸਨ, ਉਹ ਵੀ 13 ਅਪ੍ਰੈਲ ਨੂੰ ਹੀ ਹੋਇਆ ਸੀ। ਹਾਂਜੀ, ਇਹ 13 ਅਪ੍ਰੈਲ ਨਾਲ ਬਹੁਤ ਕੁਝ ਜੁੜਿਆ ਹੋਇਆ ਆਪਣਾ। ਗੁਰੂ ਗੋਬਿੰਦ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਉੱਥੇ ਆਏ। ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਵੱਖਰਾ ਰੂਪ, ਗੁਰੂ ਗੋਬਿੰਦ ਸਿੰਘ ਜੀ ਇੱਦਾਂ ਵਸਤਰ ਸ਼ਸਤਰ ਸਜਾਏ ਹੋਏ ਕਿ ਜਿਵੇਂ ਕਿਸੇ ਦੇ ਜੰਗ ਤੇ ਜਾ ਰਹੇ ਨੇ। ਅੱਜ ਸਾਰਿਆਂ ਨੇ ਸੋਚਿਆ ਕਿ ਅੱਜ ਕੀ ਸਪੈਸ਼ਲ ਹੈ, ਕਿ ਇੱਦਾਂ ਲੱਗਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਜੰਗ ਤੇ ਜਾ ਰਹੇ ਹਨ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਏ ਸਟੇਜ ਤੇ, 80,000 ਦਾ ਇਕੱਠ ਸੀ। ਦੇਖੋ 80,000 ਦਾ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ। 80,000 ਬੰਦਾ ਉਸ ਵੇਲਿਆਂ 'ਚ ਬਹੁਤ ਇਕੱਠ ਸੀ, ਜ਼ਿਆਦਾ ਸੀ। ਅਸੀਂ ਉੱਥੇ ਨਾ ਕੋਈ ਸਾਧਨ ਸੀ, ਟਰਾਂਸਪੋਰਟ ਦਾ ਸਾਧਨ ਸੀ, ਨਾ ਕੋਈ ਗੱਡੀਆਂ ਸੀ, ਕਾਰਾਂ ਸੀ, ਪੈਦਲ ਤੁਰ ਕੇ ਆਉਂਦੇ ਸੀ। ਤੇ ਪੂਰੇ ਇੰਡੀਆ ਤੋਂ, ਪੂਰੇ ਭਾਰਤ ਤੋਂ, ਪੂਰੇ ਹਿੰਦੁਸਤਾਨ ਤੋਂ ਉੱਥੇ ਸਾਰੀ ਸੰਗਤ ਚੱਲ ਕੇ ਆਈ ਅਨੰਦਪੁਰ ਸਾਹਿਬ 1699 ਵਿੱਚ। ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਬਾਹਰ ਆਏ। ਗੁਰੂ ਗੋਬਿੰਦ ਸਿੰਘ ਜੀ ਗਰਜਵੀਂ ਆਵਾਜ਼ ਵਿੱਚ ਕਿਹਾ, ਕਹਿੰਦੇ ਮੈਨੂੰ ਇੱਕ ਸਿਰ ਦੀ ਲੋੜ ਹੈ, ਕਹਿੰਦੇ ਇੱਕ ਸਿਰ ਦੀ ਲੋੜ ਹੈ ਮੈਨੂੰ, ਕੋਈ ਆਓ। ਕਹਿੰਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੁਹਾਡੇ ਲੈਸਨ ਚੱਲੇ ਹਨ, ਸਾਰੇ ਇਹ ਲੈਸਨ ਹਨ। ਅੱਜ ਤੁਹਾਡਾ ਅੱਜ ਪਰਚਾ ਪਏਗਾ, ਅੱਜ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਪਾਸ ਹੋਏ ਹੋ। ਅੱਜ ਤੁਹਾਡਾ ਪਤਾ ਲੱਗੇਗਾ, ਅੱਜ ਤੁਹਾਡਾ ਪਰਚਾ ਹੈ ਤੁਹਾਡਾ ਪਤਾ ਲੱਗੇਗਾ ਤੁਹਾਨੂੰ ਕਿ ਤੁਸੀਂ ਅੱਜ ਕਿੰਨੇ ਪੱਕੇ ਨਿਕਲੇ ਹੋ। ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਇੱਕ ਸਿਰ ਚਾਹੀਦਾ ਮੈਨੂੰ, ਕੋਈ ਉੱਠੇ। ਪਹਿਲੀ ਆਵਾਜ਼ ਦਿੱਤੀ, ਕੋਈ ਵੀ ਨਹੀਂ ਉੱਠਿਆ। ਅੱਛਾ ਜੀ, ਦੂਜੀ ਆਵਾਜ਼ ਦਿੱਤੀ, ਫਿਰ ਵੀ ਕੋਈ ਨਹੀਂ ਉੱਠਿਆ। ਜਦੋਂ ਤੀਜੀ ਆਵਾਜ਼ ਦਿੱਤੀ, ਫਿਰ ਭਾਈ ਦਇਆ ਰਾਮ ਜੀ ਉੱਠੇ। ਭਾਈ ਦਇਆ ਰਾਮ ਜੀ ਉੱਠੇ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪੱਲਾ, ਗਲ ਵਿੱਚ ਪੱਲਾ ਪਾ ਕੇ ਮਹਾਰਾਜ ਤੋਂ ਮਾਫੀ ਮੰਗੀ। ਕਹਿੰਦੇ ਸਤਿਗੁਰੂ ਮੈਨੂੰ ਮਾਫ ਕਰ ਦਿਓ। ਕਹਿੰਦੇ ਕਾਹਦੇ ਲਈ? ਕਹਿੰਦਾ ਮੈਂ ਮਾਫ ਕਰ ਦਿਓ, ਮੈਂ ਪਹਿਲੀ 2 ਆਵਾਜ਼ਾਂ 'ਚ ਨਹੀਂ ਉੱਠਿਆ, ਮੈਨੂੰ ਮਾਫ ਕਰ ਦਿਓ। ਤੇ ਉਹ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਫੜ ਕੇ ਉਹਨੂੰ ਨਾਲ ਲੈ ਜਾ ਕੇ ਅੰਦਰ ਲੈ। ਇੱਦਾਂ ਆਵਾਜ਼ ਆਈ ਕਿ ਜਿਵੇਂ ਸ੍ਰੀ ਸਾਹਿਬ ਚੱਲੀ, ਬਹੁਤ ਜ਼ੋਰ ਕੇ ਸ੍ਰੀ ਸਾਹਿਬ ਚੱਲੀ। ਇੱਦਾਂ ਆਵਾਜ਼ ਆਈ ਕਿ ਜਿਵੇਂ ਕਿਸੇ ਦਾ ਧੜ ਹੈ ਨਾ, ਜਿਹੜਾ ਸਰੀਰ ਤੋਂ ਜੁਦਾ ਹੋ ਗਿਆ, ਇੱਦਾਂ ਆਵਾਜ਼ ਆਈ। ਤੇ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਏ। ਜਿਹੜੀ ਸ੍ਰੀ ਸਾਹਿਬ ਸੀ, ਤਲਵਾਰ ਸੀ, ਪੂਰੀ ਖੂਨ ਨਾਲ ਲੱਥਪੱਥ। ਅੱਛਾ ਜੀ, ਕਈ ਤੇ ਵਿੱਚੋਂ ਭੱਜ ਹੀ ਗਏ ਉਸ ਟਾਈਮ, ਕਈ ਭੱਜ ਗਏ। ਕਹਿੰਦੇ ਪਤਾ ਨਹੀਂ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕੀ ਕਰ ਰਹੇ ਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਪਤਾ ਨਹੀਂ ਕੀ ਦਿਮਾਗ ਨੂੰ ਹੋ ਗਿਆ, ਕਹਿੰਦੇ ਤੇ ਮਾਰ ਦੇਣਾ ਸਾਰਿਆਂ ਨੂੰ। ਕਈ ਭੱਜ ਕੇ ਮਾਤਾ ਗੁਜਰੀ ਕੋਲ ਗਏ। ਕਹਿੰਦੇ ਮਾਤਾ ਜੀ ਵੇਖੋ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕੀ ਕਰ ਰਹੇ ਹਨ। ਕਹਿੰਦੇ ਮਾਤਾ, ਕਹਿੰਦੇ ਸੀਸ ਵੱਢਤਾ ਉੱਥੇ ਇੱਕ, ਕਹਿੰਦੇ ਤਲਵਾਰ ਲੈ ਕੇ, ਕਹਿੰਦੇ ਗਰਜਵੀਂ ਆਵਾਜ਼ ਵਿੱਚ। ਅੱਜ ਕਹਿੰਦੇ ਵੱਖਰਾ ਹੀ ਰੂਪ ਹੈ ਉਹਨਾਂ ਦਾ। ਕਹਿੰਦੇ ਇਹਨਾਂ ਨੇ ਅੱਜ ਪਤਾ ਨਾ ਕੁਝ ਕਰਨਾ ਰਿਹਾ ਨੁਕਸਾਨ। ਮਾਤਾ ਜੀ ਨੇ ਕਿਹਾ ਓਏ ਫਿਕਰ ਨਾ ਕਰੋ, ਮੇਰਾ ਗੋਬਿੰਦ ਰਾਏ, ਮੇਰਾ ਗੁਰੂ ਗੋਬਿੰਦ ਸਿੰਘ ਜੀ ਕੁਝ ਨਹੀਂ ਗਲਤ ਕਰਦਾ ਪਿਆ, ਇਹ ਕੁਝ ਵੱਖਰਾ ਕਰ ਰਿਹਾ। ਅੱਜ ਤੁਸੀਂ ਵੇਖੋ, ਕੋਈ ਕੁਝ ਨਹੀਂ ਗਲਤ ਕਰ ਰਿਹਾ। ਅੱਛਾ ਜੀ, ਫਿਰ ਉਸ ਤੋਂ ਬਾਅਦ ਦੂਜੀ ਆਵਾਜ਼ ਦਿੱਤੀ। ਇਸ ਤਰ੍ਹਾਂ ਦੂਜੀ, ਤੀਜੀ, ਚੌਥੀ, ਪੰਜਵੀਂ, 5 ਸਿੰਘ ਉੱਠ ਕੇ ਆਏ ਉੱਥੋਂ। 5 ਸਿੰਘ ਜਦੋਂ ਅੰਦਰ ਗਏ, ਗੁਰੂ ਗੋਬਿੰਦ ਸਿੰਘ ਜੀ ਵੀ ਅੰਦਰ ਗਏ। ਥੋੜੇ ਸਮੇਂ ਬਾਅਦ ਉਹ 5 ਸਿੰਘ ਤਿਆਰ ਬਰ ਤਿਆਰ, ਸ਼ਸਤਰਧਾਰੀ, ਗੁਰੂ ਮਹਾਰਾਜ ਜੀ ਆਪਣੇ ਵਰਗਾ ਬਾਣਾ ਪਵਾ ਕੇ ਉਹਨਾਂ ਨੂੰ ਬਾਹਰ ਲੈ ਕੇ ਆਏ। ਇਹ ਨਹੀਂ ਸੀ ਪਛਾਣ ਹੁੰਦੀ ਕਿ ਗੁਰੂ ਕੌਣ ਹੈ ਤੇ ਸਿੰਘ ਕੌਣ ਨੇ। ਸਾਰੇ 6 ਦੇ 6 ਇੱਕ ਵਰਗੀ ਲੱਗਣ, ਇੱਦਾਂ ਲੱਗਣ ਕਿ ਵੱਖਰਾ ਰੂਪ ਉਹਨਾਂ ਦਾ, ਵੱਖਰਾ ਜਲਾਲ। ਗੁਰੂ ਗੋਬਿੰਦ ਸਿੰਘ ਨੇ ਕਿਹਾ ਇਹ ਨੇ 5 ਸਿੰਘ ਮੇਰੇ, ਇਹ ਨੇ 5 ਸਿੰਘ। ਪਹਿਲਾਂ 5 ਸਿੰਘਾਂ ਨੂੰ ਆਪ ਅੰਮ੍ਰਿਤ ਛਕਾਇਆ, 5 ਸਿੰਘਾਂ ਨੂੰ, ਫਿਰ 5 ਸਿੰਘਾਂ ਕੋਲੋਂ ਆਪ ਅੰਮ੍ਰਿਤ ਛਕਿਆ।
ਵੇਖੋ ਹੁਣ ਆਪਾਂ ਕਹਿੰਦੇ ਹਾਂ, ਕਈ ਆਪਾਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਵੇਖੋ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਮ੍ਰਿਤ ਛਕਣਾ ਪਿਆ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਹੀ ਸਕਦੇ ਸਨ ਕਿ ਲੈ ਮੈਂ ਤੇ ਇਹਨਾਂ ਨੂੰ ਅੰਮ੍ਰਿਤ ਛਕਾਇਆ, ਇਹਨਾਂ ਤੇ ਮੈਂ ਤੇ ਗੁਰੂ ਹਾਂ, ਮੈਨੂੰ ਕੀ ਲੋੜ ਹੈ ਅੰਮ੍ਰਿਤ ਦੀ, ਮੈਂ ਤੇ ਅੱਗੇ ਹੀ ਪਵਿੱਤਰ ਹਾਂ, ਜੁੜਿਆ ਹੋਇਆ ਮੈਂ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਿਹਾ, ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਅੰਮ੍ਰਿਤ ਆਪ ਛਕਿਆ, ਠੀਕ ਹੈ। ਫਿਰ ਜਦੋਂ ਅੰਮ੍ਰਿਤ ਛਕਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਪੁੱਛਿਆ, ਪੰਜਾਂ ਪਿਆਰਿਆਂ ਨੇ, ਅਸੀਂ ਇਸ ਅੰਮ੍ਰਿਤ ਬਦਲੇ ਆਪਣੇ ਸਿਰ ਦਿੱਤੇ ਹਨ, ਗੁਰੂ ਗੋਬਿੰਦ ਸਿੰਘ ਜੀ ਤੁਸੀਂ ਸਾਨੂੰ ਕੀ ਦਿਓਗੇ ਇਸ ਅੰਮ੍ਰਿਤ ਬਦਲੇ? ਅਸੀਂ ਸਿਰ ਦਿੱਤੇ ਨੇ ਆਪਣੇ, ਤੁਹਾਨੂੰ ਸਿਰ ਦੇਣਾ। ਅੱਛਾ ਵੇਖੋ ਸਿਰ ਦੇਣ ਦਾ ਮਤਲਬ ਕੀ ਹੁੰਦਾ ਹੈ? ਸਿਰ ਦੇਣ ਦਾ ਮਤਲਬ ਉਦੋਂ ਸਿਰ ਦਿੱਤੇ ਸਿੰਘਾਂ ਨੇ। ਅੱਛਾ ਹੁਣ ਆਪਾਂ ਅੱਜ ਵੀ ਆਪਾਂ ਨੂੰ ਸਿਰ ਦੇਣੇ ਪੈਣੇ ਨੇ ਗੁਰੂ ਨੂੰ। ਅੱਛਾ ਕਿਵੇਂ ਦੇਣੇ ਪੈਣੇ ਨੇ? ਵੇਖੋ ਆਪਣੇ ਦਿਮਾਗ 'ਚ ਜੋ ਸੋਚ ਹੈ ਉਹ ਗੁਰੂ ਨੂੰ ਦੇਣੀ ਪੈਣੀ ਹੈ। ਸਿਰ ਅੱਜ ਵੀ ਦੇਣਾ ਪੈਣਾ, ਉਦੋਂ ਵੀ ਸਿਰ ਦਿੱਤਾ ਸੀ, ਸਿਰ ਅੱਜ ਵੀ ਦੇਣਾ ਪੈਣਾ। ਕਿਵੇਂ ਦੇਣਾ ਪੈਣਾ? ਆਪਣੀ ਸੋਚ ਹੋਰ ਹੈ। ਆਪਾਂ ਕਹਿੰਦੇ ਹਾਂ ਕਿ ਨਹੀਂ ਯਾਰ ਅੰਮ੍ਰਿਤ ਨਹੀਂ ਛਕਣਾ, ਜੇ ਮੈਂ ਅੰਮ੍ਰਿਤ ਛਕਾਂਗਾ ਤੇ ਮੇਰੇ ਦੋਸਤ ਫਰੈਂਡਾਂ ਨੇ ਕੀ ਕਹਿਣਾ ਕਿ ਕਿੱਦਾਂ ਦਾ ਲੱਗਦਾ ਹੈ ਨਾ। ਆਪਣੀ ਸੋਚ ਉੱਦਾਂ ਦੀ ਬਣੀਏ, ਉਹ ਲੋਕਾਂ ਵੱਲ ਨਾ ਵੇਖੋ, ਆਪਾਂ ਗੁਰੂ ਗੋਬਿੰਦ ਸਿੰਘ ਵੱਲ ਵੇਖੀਏ, ਸਾਰਾ ਕੁਝ ਹੀ ਸਾਡੇ ਲਈ ਸਰਬੰਸ ਸਵਾਰਤਾ। ਉਹ ਸੋਚ ਜਦੋਂ ਮਰ ਗਈ ਆਪਣੀ, ਆਪਾਂ ਕਿਹਾ ਕਿ ਨਹੀਂ ਠੀਕ ਹੈ ਯਾਰ ਕੋਈ ਨਹੀਂ ਗੱਲ, ਕਿ ਸਾਡਾ ਗੁਰੂ ਹੈ, ਸਾਡੇ ਗੁਰੂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤੇ ਅਸੀਂ ਕਿਉਂ ਨਾ ਕਰੀਏ। ਉਹ ਸੋਚ ਹੈ। ਸਿਰ ਅੱਜ ਵੀ ਦੇਣਾ ਪੈਣਾ। ਜਿਸ ਬਿਨਾਂ ਸਿਰ ਦਿੱਤੇ ਆ ਅੱਜ ਵੀ ਸਿੱਖੀ ਨਹੀਂ ਮਿਲਣੀ, ਉਦੋਂ ਵੀ ਨਹੀਂ ਸੀ ਮਿਲੀ, ਅੱਜ ਵੀ ਨਹੀਂ ਮਿਲਣੀ। ਸਿਰ ਹੈ ਉਹ ਗੁਰੂ ਨੂੰ ਅੱਜ ਵੀ ਦੇਣਾ ਪੈਣਾ। ਜਦੋਂ ਆਪਾਂ ਆ ਕੇ ਮੱਥਾ ਟੇਕੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਹ ਇਹ ਹੁੰਦਾ ਕਿ ਸੱਚੇ ਪਾਤਸ਼ਾਹ ਮੈਂ ਆਪਣੀ ਮੱਤ ਤੈਨੂੰ ਦੇਤੀ, ਇਹ ਖੋਪੜੀ ਦੇ ਅੰਦਰ ਹੁਣ ਤੂੰ ਆਪਣੀ ਮੱਤ ਭਰ ਦੇ, ਤੇ ਮੇਰੇ ਜਿਹੜੇ ਖਿਆਲ ਨੇ, ਮੇਰੇ ਜਿਹੜੇ ਮਾੜੇ ਖਿਆਲ ਨੇ ਮੇਰੇ ਦਿਮਾਗ 'ਚੋਂ ਉਹ ਕੱਢ ਦਿਓ ਸਾਰੇ, ਤੇ ਆਪਣੀ ਮੱਤ ਮੇਰੇ ਦਿਮਾਗ 'ਚ ਭਰ ਦਿਓ। ਸਿਰ ਦੇ ਦੇਣਾ, ਸਤਿਗੁਰੂ ਨੂੰ ਸਰੈਂਡਰ ਕਰ ਦੇਣਾ ਆਪਣਾ, ਕਿ ਸਤਿਗੁਰੂ ਤੇਰਾ ਬਸ, ਤੈਨੂੰ ਦੇਤਾ ਆਪਣਾ ਸਾਰਾ ਕੁਝ। ਅੱਛਾ ਜੀ, ਕਹਿੰਦੇ ਅਸੀਂ ਸਿਰ ਦਿੱਤਾ ਹੈ ਤਾਂ ਸਾਨੂੰ ਤੁਸੀਂ ਅੰਮ੍ਰਿਤ ਸਾਨੂੰ ਛਕਾਇਆ ਹੈ, ਤੁਸੀਂ ਕੀ ਦਿਓਗੇ ਸਾਨੂੰ? ਅਸੀਂ ਹੁਣ ਤੁਹਾਨੂੰ ਅੰਮ੍ਰਿਤ ਛਕਾਉਣ ਲੱਗਿਆ। ਗੁਰੂ ਗੋਬਿੰਦ ਸਿੰਘ ਨੇ ਕਿਹਾ, ਗੁਰੂ ਗੋਬਿੰਦ ਸਿੰਘ ਨੇ ਕਿਹਾ, ਕਹਿੰਦੇ ਮੈਂ ਦਾਮ ਨਹੀਂ ਦੇ ਸਕਦਾ ਇਸ ਅੰਮ੍ਰਿਤ ਦਾ, ਮੈਂ ਦਾਮ ਨਹੀਂ ਦੇ ਸਕਦਾ ਇਸ ਅੰਮ੍ਰਿਤ ਦਾ। ਕਹਿੰਦਾ ਮੈਂ ਭੇਟਾ ਦੇਵਾਂਗਾ ਕੀ? ਕਹਿੰਦਾ ਮੈਂ ਇਸ ਅੰਮ੍ਰਿਤ ਬਦਲੇ ਕਹਿੰਦਾ ਆਪਣਾ ਸਰਬੰਸ ਲਟਾ ਦਾਂਗਾ, ਸਰਬੰਸ ਵਾਰ ਦਾਂਗਾ ਆਪਣਾ ਇਸ ਅੰਮ੍ਰਿਤ ਬਾਰੇ। ਇਸ ਅੰਮ੍ਰਿਤ ਦੇ ਬਦਲੇ ਮੈਂ ਆਪਣਾ ਸਰਬੰਸ, ਤੁਸੀਂ ਮੈਨੂੰ ਅੰਮ੍ਰਿਤ ਬਖਸ਼ਿਆ, ਇਸ ਅੰਮ੍ਰਿਤ ਬਾਰੇ ਸਰਬੰਸ ਲੇਖੇ ਲਾਵਾਂਗਾ ਮੈਂ, ਸਾਰਾ ਪਰਿਵਾਰ ਆਪਣਾ ਤੁਹਾਡੇ ਤੋਂ ਵਾਰਾਂਗਾ ਮੈਂ। ਵੇਖੋ ਗੁਰੂ ਗੋਬਿੰਦ ਸਿੰਘ ਜੀ ਇਹ ਸਰਬੰਸ ਵਾਰਿਆ, ਸਾਡੇ ਲਈ ਸਰਬੰਸ ਵਾਰਿਆ। ਵੇਖੋ ਨਾ ਘਰ ਹੋਣੇ ਸੀ, ਨਾ ਗੱਡੀਆਂ ਹੋਣੀਆਂ ਸੀ, ਤੇ ਨਾ ਹੀ ਸੋਹਣੇ ਆਪਾਂ ਕੋਲ ਕੁਛ ਵੀ ਨਹੀਂ ਸੀ ਹੋਣਾ, ਜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਡੇ ਲਈ ਆਪਣਾ ਸਰਬੰਸ ਨਾ ਵਾਰਦੇ। ਵੇਖੋ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ ਗਏ, ਵੇਖੋ ਰਾਤ ਨੂੰ ਉਹਨਾਂ ਦੇ ਪੈਰਾਂ 'ਚ ਜੋੜਾ ਵੀ ਨਹੀਂ ਸੀ। ਆਪਾਂ ਸੋਚੀਏ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨਾ ਛੱਡਦੇ, ਇਹ ਘਰ ਨਹੀਂ ਸੀ ਹੋਣਾ ਮੇਰੇ ਕੋਲ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵੇਖੋ ਸਿੰਘ ਸੌਂਦੇ ਕਿੱਥੇ ਸੀ? ਸਿੰਘ ਜੰਗਲਾਂ 'ਚ ਸੌਂਦੇ ਸਨ ਉਸ ਟਾਈਮ। ਜੰਗਲਾਂ 'ਚ ਸੋ ਕੇ ਵੀ ਇਹਨੇ ਦ੍ਰਿੜਤਾ ਵਾਲੇ ਹੁੰਦੇ ਸੀ, ਇਹਨੇ ਚੜ੍ਹਦੀ ਕਲਾ ਵਾਲੇ ਹੁੰਦੇ ਸੀ, ਥੱਲੇ ਸੌਂਦੇ ਸਾਨੂੰ। ਅੱਜ ਅਸੀਂ ਸਾਡੇ ਕੋਲ ਸੌਣ ਲਈ ਇੰਨੇ ਸੋਹਣੇ ਬੈੱਡ ਨੇ, ਸਾਡੇ ਰੂਮ ਇੰਨੇ ਨੇ ਵਧੀਆ ਨੇ। ਆਪਾਂ ਸੋਚਿਆ ਕਰੀਏ ਕਿ ਸਾਡਾ ਗੁਰੂ ਥੱਲੇ ਸੌਂਦਾ ਰਿਹਾ ਸਾਡੇ ਲਈ, ਤੇ ਸਾਡਾ ਗੁਰੂ ਨਾ ਥੱਲੇ ਸੌਂਦਾ ਤੇ ਅੱਜ ਸਾਡੇ ਕੋਲੇ ਨਹੀਂ ਸੀ ਹੋਣਾ। ਫਿਰ ਆਪਣੇ ਦਿਲ 'ਚ ਆਏਗਾ ਕਿ ਨਹੀਂ ਯਾਰ, ਕਿ ਅਸੀਂ ਵੀ ਅੱਛਾ ਹੁਣ ਆਪਾਂ ਜੇ ਕਹੀਏ ਮੈਂ ਆਪਣੇ ਗੁਰੂ ਨਾਲ ਬਹੁਤ ਪਿਆਰ ਕਰਦਾ, ਉਹ ਪਿਆਰ ਸ਼ੋਅ ਕਿਵੇਂ ਕਰ ਸਕਦੇ ਕਿ ਮੈਂ ਪਿਆਰ ਕਰਨਾ? ਸਭ ਤੋਂ ਵੱਡੀ ਗੱਲ ਇਹ ਹੈ, ਕਹਿ ਦਈਏ ਕਿ ਸਤਿਗੁਰੂ ਮੈਂ ਬਾਣੀ ਪੜ੍ਹਨੀ, ਹੁਣ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ, ਮੈਂ ਪੱਕਾ ਨਿਤਨੇਮੀ ਬਣਨਾ। ਕੱਲ੍ਹ ਤੋਂ ਮੈਂ ਸਵੇਰੇ ਉੱਠ ਕੇ ਮੈਂ ਪੂਰਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ। ਜਿਹੜਾ ਜਪਜੀ ਸਾਹਿਬ ਦਾ ਕਰਦਾ ਉਹ 5 ਬਾਣੀਆਂ ਦਾ ਪਾਠ ਸ਼ੁਰੂ ਕਰ ਦੇ। ਮੈਂ ਰਹਿ ਸਭ ਕਰਨਾ ਹੀ ਕਰਨਾ, ਮੈਂ ਹਰ ਵੇਲੇ ਤੈਨੂੰ ਚੇਤਾ ਰੱਖਣਾ ਗੁਰੂ। ਵੇਖੋ ਇਹਦੇ ਨਾਲ ਹੋਏਗਾ ਕਿ ਦੁਨਿਆਵੀ ਜ਼ਿੰਦਗੀ 'ਚ ਆਪਣਾ ਸੈਲਫ ਕੌਨਫੀਡੈਂਸ ਵੱਧ ਜਾਏਗਾ, ਆਪਣਾ ਕੌਨਫੀਡੈਂਸ ਇੰਨਾ ਹਾਈ ਹੋ ਜਾਏਗਾ ਕਿ ਆਪਾਂ ਨੂੰ ਹਰ ਇੱਕ ਫੀਲਡ ਵਿੱਚ ਤਰੱਕੀ ਮਿਲੇਗੀ। ਆਪਾਂ ਜਿੱਥੇ ਮਰਜ਼ੀ ਜਾਵਾਂਗੇ ਆਪਾਂ ਰੋਬ ਨਾਲ ਗੱਲ ਕਰਾਂਗੇ ਕਿਸੇ ਨਾਲ। ਕਿਉਂ? ਆਪਣੇ ਕੋਲ ਸੱਚ ਹੈ। ਜਿਸ ਬੰਦੇ ਕੋਲ ਸੱਚ ਹੋਏਗਾ ਉਹ ਬੰਦਾ ਕਦੇ ਵੀ ਨੀਵਾਂ ਨਹੀਂ ਪੈਂਦਾ, ਹਮੇਸ਼ਾ ਚੜ੍ਹਦੀ ਕਲਾ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ। ਸਾਡੇ ਕੋਲ ਸੱਚ ਹੋਏਗਾ, ਆਪਾਂ ਜੋਪਾਂ ਕਰਨੇ ਆ। ਵੇਖੋ ਆਪਾਂ ਇੱਥੇ ਇਹਨਾਂ ਦੇਸ਼ਾਂ 'ਚ ਰਹਿੰਦੇ ਆ, ਆਪਾਂ ਜਾਂਦੇ ਹਾਂ ਜੋਪਾਂ ਦੇ, ਹੈ ਨਾ। ਉੱਥੇ ਆਪਾਂ ਜਦੋਂ ਜਾਂਦੇ ਆ ਆਪਣਾ ਵੱਖਰਾ ਰੂਪ ਵੇਖੇ। ਅੱਛਾ ਕੀ ਨਾਂ ਹੈ? ਸਿੰਘ ਹੈ। ਨਾਂ ਦੇ ਨਾਲ ਕੀ ਲੱਗਿਆ ਹੈ? ਸਿੰਘ। ਉਹਨੂੰ ਵੇਖੋ ਇਹਨਾਂ ਨੂੰ ਵੀ ਪਤਾ ਹੈ ਕਿ ਇਹ ਸਿੰਘ ਹੈ, ਪਰ ਆਪਾਂ ਆਪਣਾ ਮਾਹੌਲ ਇੱਦਾਂ ਦਾ ਬਣਾ ਦਿੰਦੇ ਹਾਂ ਉਹਨਾਂ ਦੇ ਆਲੇ ਦੁਆਲੇ। ਉਹ ਕਹਿੰਦੇ ਨਕਲੀ ਹੈ,
ਉਹ ਆਪੇ ਕਹਿਣ ਲੱਗ ਜਾਂਦੇ ਨਕਲੀ ਹੈ, ਉਹਨੂੰ ਆਪ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਸਿੰਘ ਹੈ, ਇਹਨਾਂ ਦੇ ਸਿਧਾਂਤ ਬੜੇ ਉੱਚੇ ਨੇ। ਅੱਛਾ, ਆਪਾਂ ਕਈ ਵਾਰੀ ਸੋਚਦੇ ਹਾਂ ਕਿ ਇੱਦਾਂ ਦਾ ਕਰਕੇ ਆਪਾਂ ਨੂੰ ਮਿਲਣਾ ਕੀ ਹੈ, ਹੈ ਨਾ? ਇੱਦਾਂ ਦਾ ਕਰਕੇ ਆਪਾਂ ਨੂੰ ਇੱਕ ਆਪਣੀ ਵੱਖਰੀ ਸੋਚ ਮਿਲਦੀ ਹੁੰਦੀ, ਇੱਕ ਆਪਣੇ ਕੰਮਾਂ 'ਤੇ ਆਪਣੀ ਸੁਸਾਇਟੀ ਵਿੱਚ ਇੱਕ ਆਪਣਾ ਇੱਕ ਜਜ਼ਬਾ ਬਣਦਾ ਹੁੰਦਾ, ਇੱਕ ਰੋਹ ਬਣਦਾ ਹੁੰਦਾ ਕਿ ਅਸੀਂ ਗੁਰੂ ਦੇ ਸਿੰਘ ਆ, ਕਿ ਅਸੀਂ ਕੋਈ ਇੱਦਾਂ ਦੀ ਗੱਲਾਂ 'ਚ ਨਹੀਂ ਪੈਂਦੇ ਹੁੰਦੇ, ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਆਪਣੇ ਮਨ ਨੂੰ ਰੱਖੀਦਾ ਹੁੰਦਾ। ਅਤੇ ਸਾਰੇ ਆਪਾਂ ਨੂੰ ਸੋਚਦੇ ਨੇ ਕਿ ਇੱਦਾਂ ਦਾ ਜੀਵਨ ਹੋਏ, ਕਿਸੇ ਦਾ ਹੋਏ, ਆਪਣਾ ਜੀਵਨ ਪ੍ਰਚਾਰ ਬਣ ਜਾਂਦਾ। ਇਕੱਲਾ ਆਪਾਂ ਆਪਣੇ ਲੋਕਾਂ ਨੂੰ ਨਹੀਂ ਦੱਸਣਾ, ਆਪਾਂ ਸਾਰਿਆਂ ਨੂੰ ਦੱਸਣਾ ਕਿ ਇੱਦਾਂ ਦੇ ਹੁੰਦੇ ਸਨ ਗੁਰੂ ਦੇ ਸਿੰਘ। ਉਹੀ ਗੱਲ ਮੈਂ ਮੁੜ ਕੇ ਫੇਰ ਕਰੀ ਜਾਂਦਾ ਕਿ ਜਿਹੜੇ ਨਿਤਨੇਮ ਨਹੀਂ ਕਰਦੇ ਉਹ ਨਿਤਨੇਮ ਕਰਿਆ ਕਰੋ, ਜਿਹੜੇ ਨਿਤਨੇਮ ਕਰਦੇ ਨੇ, ਜਿਹੜੇ ਕੇਸ ਕੱਟਦੇ ਨੇ ਉਹ ਕੇਸ ਰੱਖੋ, ਜਿਹੜੇ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੋ। ਅਜੇ ਪ੍ਰੈਜੈਂਟੇਸ਼ਨ ਮੇਰੀ ਬਹੁਤ ਲੰਮੀ ਹੈ, ਅਤੇ ਇਸ ਕਰਕੇ ਸਾਰੇ ਧਿਆਨ ਨਾਲ ਬੈਠੋ ਜੀ, ਇਕਾਗਰਤਾ ਨਾਲ ਬੈਠੋ ਜੀ। ਅੱਛਾ ਜੀ, 5 ਗੁਣ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ, 5 ਗੁਣ, 5 ਪਿਆਰਿਆਂ ਦੇ ਰੂਪ। ਦਇਆ, ਪਹਿਲਾ ਦਇਆ, ਗੁਰੂ ਕਾ ਸਿੰਘ ਸਿੱਖ ਦਇਆਵਾਨ ਹੋਏਗਾ। ਦਇਆਵਾਨ ਦਾ ਮਤਲਬ ਕੀ? ਕਿਸੇ ਨੇ ਹੱਥੇ ਤੇ ਵੀ ਨਹੀਂ ਮਾਰ ਕੇ ਹਰ ਮਦਦ ਕਰਨੀ ਹੈ, ਜਦੋਂ ਕਿਧਰੇ ਵੀ ਕਿਸੇ ਦੀ ਵੀ ਹੈਲਪ ਕਰਨ ਦੀ ਲੋੜ ਪਏਗੀ, ਗੁਰੂ ਦਾ ਸਿੰਘ ਤਿਆਰ ਬਰ ਤਿਆਰ ਹੋ ਕੇ ਉਹਦੀ ਮਦਦ ਕਰੇਗਾ, ਦਇਆ ਕਰੇਗਾ। ਕਿਸੇ ਗਰੀਬ ਤੇ, ਕਿਸੇ ਨੇ ਹੱਥੇ ਤੇ ਬਿਨਾਂ ਕਿਸੇ ਗੱਲ ਤੋਂ ਆਪਣੀ ਪੋਜੀਸ਼ਨ ਦਾ ਕਰਕੇ ਜਾਂ ਹੋਰ ਕਿਸੇ ਕਰਕੇ ਉਹਦੇ ਨਾਲ ਗਲਤ ਨਹੀਂ ਕਰਨਾ, ਕਿਸੇ ਉੱਤੇ ਦਇਆ ਕਰਨੀ ਹੈ। ਮੀਟ ਖਾਣ ਦਾ ਵੀ ਇੱਥੇ ਆ ਜਾਂਦਾ, ਕਈ ਬਹੁਤ ਇੱਥੇ ਬੰਦੇ ਕਨਫਿਊਜ਼ ਹੋ ਜਾਂਦੇ ਨੇ। ਉਹ ਕਹਿੰਦੇ ਮੀਟ ਜਿੱਦਾਂ ਦਾ ਮਰਜ਼ੀ ਹੋਏ, ਮੀਟ ਨਹੀਂ ਖਾਣਾ ਸਿੱਖ ਨੇ, ਚਾਹੇ ਕੁੱਠਾ ਹੋਏ, ਹਲਾਲ ਹੋਏ, ਜੋ ਕੁਛ ਮਰਜ਼ੀ ਹੋਏ, ਮੀਟ ਨਹੀਂ ਖਾਣਾ। ਕਿਉਂ ਨਹੀਂ ਖਾਣਾ? ਜਪਜੀ ਸਾਹਿਬ ਜਿਹੜੇ ਪੜ੍ਹਦੇ ਨੇ ਉਹ 'ਚ ਲਿਖਿਆ ਹੋਇਆ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਹਿੰਦੇ ਜਿਹੜੀ ਧਰਮ ਹੈ ਨਾ, ਧਰਮ, ਧੌਲ ਧਰਮ ਦਇਆ ਕਾ ਪੂਤ, ਧਰਮ ਹੈ ਨਾ ਜਿਹੜਾ ਧਰਮ, ਧੌਲ ਧਰਮ ਦਇਆ ਕਾ ਪੂਤ, ਧਰਮ ਹੈ ਨਾ ਜਿਹੜਾ ਦਇਆ ਦਾ ਪੁੱਤਰ ਹੁੰਦਾ ਹੈ, ਦਇਆ ਮਾਂ ਹੁੰਦੀ ਏ, ਦਇਆ ਮਾਂ ਹੁੰਦੀ ਏ ਤੇ ਧਰਮ ਪੁੱਤਰ ਹੁੰਦਾ। ਪਹਿਲਾਂ ਮਾਂ ਦਾ ਜਨਮ ਹੁੰਦਾ ਤਾਂ ਹੀ ਪੁੱਤਰ ਹੁੰਦਾ ਹੈ, ਇੱਦਾਂ ਹੀ ਹੁੰਦਾ ਹੈ। ਦਇਆ, ਸਿੱਖ ਦਇਆਵਾਨ ਹੋਏਗਾ, ਕਦੇ ਵੀ ਇਹ ਕਿਸੇ ਦੇ ਉੱਤੇ ਇੱਦਾਂ ਨਹੀਂ, ਆਪਾਂ ਹਮੇਸ਼ਾ ਦਇਆਵਾਨ ਰਹਿਣਾ ਹੈ। ਅੱਛਾ ਜੀ, ਧਰਮੀ ਰਹਿਣਾ, ਗੁਰੂ ਦੇ ਸਿੰਘ ਨੇ ਹਮੇਸ਼ਾ ਧਰਮੀ ਰਹਿਣਾ। ਧਰਮ ਵਿੱਚ ਰਹਿ ਕੇ ਹਰ ਇੱਕ ਫੈਸਲੇ ਲੈਣੇ ਨੇ, ਸਾਰੇ ਜੋ ਕੁਛ ਵੀ ਆਪਾਂ ਆਪਣੀ ਜ਼ਿੰਦਗੀ ਦੇ ਆਰ ਵਿਹਾਰ ਕਰਨੇ ਨੇ ਉਹ ਧਰਮ ਦੇ ਅੰਦਰ ਰਹਿ ਕੇ ਕਰਨੇ ਨੇ। ਆਪਾਂ ਧਰਮੀ ਬਣਨਾ ਹੈ। ਧਰਮ ਦਾ ਮਤਲਬ ਜੋ ਰੂਲ ਐਂਡ ਰੈਗੂਲੇਸ਼ਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜੋ ਸਾਨੂੰ ਰਹਿਤਾਂ ਕੁਰੈਤਾਂ ਤੋਂ ਗੁਰੂ ਨੇ ਸਾਨੂੰ ਕਹਿਆ ਕਿ ਇਹ ਨਹੀਂ ਕਰਨੀਆਂ, ਉਹ ਆਪਾਂ ਨਹੀਂ ਕਰਨੀਆਂ। ਇਹ ਹੈ ਧਰਮ, ਜੋ ਗੁਰੂ ਸਾਹਿਬ ਨੇ ਆਪਾਂ ਨੂੰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਜੋ ਰੂਲਸ ਐਂਡ ਰੈਗੂਲੇਸ਼ਨ ਸਾਡੇ ਲਈ ਬਣਾਏ ਹੋਏ ਨੇ, ਉਹਦੇ ਵਿੱਚ ਰਹਿਣਾ, ਇਹ ਹੈ ਧਰਮ। ਅੱਛਾ ਜੀ, ਹਿੰਮਤ, ਫਿਰ ਹੈ ਹਿੰਮਤ, ਗੁਰੂ ਦਾ ਸਿੱਖ ਹਿੰਮਤੀ ਹੋਏ, ਉਦਮੀ ਹੋਏ। ਹਰ ਜਿੱਦਾਂ ਦਾ ਮਰਜ਼ੀ ਸਮਾਂ ਆ ਜਾਏ, ਗੁਰੂ ਦਾ ਸਿੱਖ ਦ੍ਰਿੜਤਾ ਨਾਲ ਹਿੰਮਤ ਰੱਖੇ। ਕਦੇ ਬਹੁਤ ਵਾਰੀ ਇੱਦਾਂ ਹੁੰਦਾ ਕਿ ਬੰਦੇ ਦਾ ਮਨ ਥੱਲੇ ਪਹੁੰਚ ਜਾਂਦਾ ਹੈ, ਪਰ ਫਿਰ ਵੀ ਗੁਰੂ ਅੱਗੇ ਅਰਦਾਸ ਕੀਤੀ ਜਾਏ ਜਾ ਕੇ ਕਿ ਸਤਿਗੁਰੂ ਆਪ ਹੀ ਲਾਜ ਰੱਖ। ਇਹ ਗੁਣ ਸਤਿਗੁਰੂ ਨੇ ਸਾਨੂੰ ਦਿੱਤਾ ਹੈ ਹਿੰਮਤ ਦਾ, ਕਿ ਗੁਰੂ ਦਾ ਸਿੱਖ ਹਿੰਮਤੀ ਹੋਏ। ਅੱਛਾ ਜੀ, ਮੋਹਕਮ ਸਿੰਘ। ਵੈਸੇ ਮੋਹਕਮ ਸਿੰਘ ਦਾ ਮਤਲਬ ਜਿਵੇਂ ਮੈਂ ਸੁਣਿਆ, ਉਹ ਕਹਿੰਦੇ ਨੇ ਕਿ ਮੋਹਕਮ ਦਾ ਮਤਲਬ ਹੁੰਦਾ ਦ੍ਰਿੜਤਾ। ਇਹ ਹਿੰਮਤ ਵਰਗਾ ਹੀ ਹੁੰਦਾ, ਦ੍ਰਿੜਤਾ। ਗੁਰੂ ਕਾ ਸਿੱਖ ਦ੍ਰਿੜ ਹੋਏ। ਕਿਵੇਂ ਦ੍ਰਿੜ ਹੋਏ? ਜਿਵੇਂ ਬਾਬਾ ਦੀਪ ਸਿੰਘ ਸਨ, ਇਵੇਂ ਦ੍ਰਿੜ ਹੋ, ਇਵੇਂ ਦਾ ਦ੍ਰਿੜਤਾ ਹੋਣੀ ਚਾਹੀਦੀ ਸਿੱਖ ਦੇ ਅੰਦਰ, ਜਿਵੇਂ ਬਾਬਾ ਦੀਪ ਸਿੰਘ ਜੀ ਦੇ ਅੰਦਰ ਸੀ। ਇੱਕ ਵਾਰੀ ਉਹ ਪ੍ਰਣ ਕਰਕੇ ਉੱਥੋਂ ਚੱਲੇ ਸਨ ਕਿ ਹਰਿਮੰਦਰ ਸਾਹਿਬ ਫਤਿਹ ਕਰਾਉਣਾ ਹੈ, ਆਜ਼ਾਦ ਕਰਾਉਣਾ ਹੈ, ਚਾਹੇ ਮੇਰਾ ਸੀਸ ਜਿਹੜਾ ਧੜ ਤੋਂ ਜੁਦਾ ਵੀ ਹੋ ਜੇ, ਪਰ ਫਿਰ ਵੀ ਮੈਂ ਅੰਮ੍ਰਿਤਸਰ ਆਜ਼ਾਦ ਕਰਾਉਣਾ ਹੈ। ਉੱਦਾਂ ਦੀ ਦ੍ਰਿੜਤਾ ਆਪਣੇ ਅੰਦਰ ਹੋਏ। ਆਪਣੇ ਅੰਦਰ ਘੱਟ ਤੋਂ ਘੱਟ ਇਹੀ ਦ੍ਰਿੜਤਾ ਹੋਏ ਕਿ ਮੈਂ ਆਪਣਾ ਨਿਤਨੇਮ ਕਰਨਾ ਹੈ। ਸੀਸ 'ਤੇ ਆਪਾਂ ਨਹੀਂ ਲਾ ਸਕਦੇ, ਇੰਨੀ ਕਮਾਈ 'ਤੇ ਨਹੀਂ ਸਾਡੀ ਹੋ ਸਕਦੀ, ਬਾਬਾ ਦੀਪ ਸਿੰਘ ਵਰਗੀ ਦ੍ਰਿੜਤਾ ਨਹੀਂ ਆ ਸਕਦੀ, ਪਰ ਘੱਟ ਤੋਂ ਘੱਟ ਇੰਨੀ ਦ੍ਰਿੜਤਾ ਆਪਣੇ ਅੰਦਰ ਆਏ ਕਿ ਮੈਂ ਰੋਜ਼ ਨਿਤਨੇਮ ਕਰਨਾ ਹੈ, ਟਾਈਮ ਨਾਲ ਉੱਠ ਕੇ ਮੈਂ ਰੋਜ਼ ਨਿਤਨੇਮ ਕਰਨਾ। ਇੰਨੀ ਦ੍ਰਿੜਤਾ 'ਤੇ ਆਏ। ਇਹ ਹੈ ਮੋਹਕਮਤਾ। ਸਾਹਿਬ, ਪੰਜਵਾਂ ਗੁਣ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ, ਜੋ ਖਾਲਸੇ ਨੂੰ ਦਿੱਤਾ ਗੁਰੂ ਨੇ, ਉਹ ਹੈ ਸਾਹਿਬ। ਗੁਰੂ ਕਾ ਸਿੰਘ ਸਾਹਿਬ ਹੋਏਗਾ। ਇੱਦਾਂ ਨਹੀਂ ਕਿ ਆਪਾਂ ਵੇਖੋ ਕਈ ਵਾਰੀ ਇੱਦਾਂ ਹੁੰਦਾ ਹੈ ਕਹਿਣ 'ਤੇ ਕਿ ਜਿਵੇਂ ਗੁਰੂ ਕਾ ਸਿੰਘ ਕਿ ਚਲੋ ਕੱਪੜੇ ਉੱਦਾਂ ਕਿ ਇਹ ਇੱਦਾਂ ਨੇ, ਇਹ 'ਤੇ ਨਾਮ ਜਪਣ ਵਾਲੇ ਨੇ,
ਇਹ ਤਾਂ ਸਾਧੂ ਨੇ, ਜਿਵੇਂ ਮਰਜ਼ੀ ਕੱਪੜੇ ਪਾ ਲਓ, ਪਟੇ ਪਾ ਲਓ, ਪੁਰਾਣੇ ਪਾ ਲਓ ਜਾਂ ਇੱਦਾਂ ਪਾ ਲਓ, ਪਾਟੇ ਕੱਪੜੇ ਜਿੱਦਾਂ ਮਰਜ਼ੀ। ਨਹੀਂ, ਗੁਰੂ ਕਾ ਸਿੰਘ ਸਾਹਿਬ ਹੈ। ਗੁਰੂ ਕਾ ਸਿੰਘ ਸੋਹਣੀ ਦਸਤਾਰ ਬੰਨੇ, ਸੋਹਣੇ ਕੱਪੜੇ ਪਾਏ, ਸਾਹਿਬ ਦਿਖੇ, ਚੜ੍ਹਦੀ ਕਲਾ ਵਾਲਾ ਹੋਏ, ਵੇਖਣ 'ਚ ਉਹਦੀ ਪਰਸਨੈਲਿਟੀ ਵੀ ਪੂਰੀ ਚੜ੍ਹਦੀ ਕਲਾ ਵਾਲੀ ਹੋਏ। ਸਾਹਿਬ, ਲੋਕਾਂ ਨੂੰ ਇੱਦਾਂ ਲੱਗੇ ਕਿ ਰਾਜਾ ਤੁਰਿਆ ਆ ਰਿਹਾ ਹੈ, ਸੰਤ ਸਿਪਾਹੀ ਤੁਰਿਆ ਆ ਰਿਹਾ, ਲੋਕਾਂ ਨੂੰ ਇੱਦਾਂ ਲੱਗੇ ਕਿ ਰਾਜਾ ਤੁਰਿਆ ਆ ਰਿਹਾ। ਇੰਨਾ ਰੋਹਬ ਗੁਰੂ ਕੇ ਸਿੰਘ ਦਾ ਹੋਏ। ਸਾਹਿਬ ਹੀ ਬਖਸ਼ੀ ਸਤਿਗੁਰ ਨੇ ਕਿ ਮੇਰਾ ਸਿੰਘ ਸਾਹਿਬ ਹੋਏਗਾ। ਅੱਛਾ ਜੀ, ਠੀਕ ਹੈ ਜੀ। ਜਦੋਂ ਆਪਾਂ ਨਾਮ ਜਪੀਦਾ ਹੈ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ, ਉਹ ਹੁੰਦਾ ਹੈ ਨਾਮ ਅੰਮ੍ਰਿਤ। ਅੰਮ੍ਰਿਤ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਹੈ ਨਾਮ ਅੰਮ੍ਰਿਤ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਉਹ ਹੁੰਦਾ ਹੈ ਨਾਮ